ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਇੱਕ ਵਾਰੀ ਫਿਰ ਇੱਕ ਵੱਡੇ ਪੈਨਲ ਨਾਲ ਤੁਹਾਡੇ ਰੂਬਰੂ ਹਾਂ। ਮੇਰੇ ਬਿਲਕੁਲ ਨਾਲ ਬੈਠੇ ਨੇ ਸਰਦਾਰ ਹਮੀਰ ਸਿੰਘ, ਸੀਨੀਅਰ ਜਰਨਲਿਸਟ ਨੇ। ਇਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਸਰਦਾਰ ਜਗਤਾਰ ਸਿੰਘ, ਇੰਡੀਅਨ ਐਕਸਪ੍ਰੈਸ ਤੋਂ ਬਿਹਤਰੀਨ ਜਰਨਲਿਸਟ ਰਹੇ ਨੇ ਆਪਣੇ ਸਮੇਂ ਤੇ, ਹੁਣ ਵੀ ਲਗਾਤਾਰ ਲਿਖਣ ਪੜ੍ਹਨ ਦੇ ਵਿੱਚ ਸ਼ਾਮਲ ਨੇ। ਔਰ ਇਹਨਾਂ ਦੇ ਨਾਲ ਜਸਪਾਲ ਸਿੰਘ ਸਿੱਧੂ, ਜਿਨ੍ਹਾਂ ਨੇ ਤਾਉਮਰ UNI ਚਲਾਈ ਹੈ ਔਰ ਜਰਨਲਿਜ਼ਮ ਦੀ ਹਰ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਆ। ਬੜੀ ਕਾਹਲੀ ਦੇ ਵਿੱਚ ਦੁਬਾਰਾ ਮਿਲ ਰਹੇ ਆ। ਅਸੀਂ ਕੱਲ ਇਸ ਪੈਨਲ ਨਾਲ ਐਸੀਆਂ ਗੱਲਾਂ ਕੋ ਸੀਰੀਅਸ ਸੰਵਾਦ ਰਚਾਇਆ ਸੀ, ਲੇਕਿਨ ਉਸੇ ਦੌਰਾਨ ਦੇ ਵਿੱਚ ਇੱਕ ਹੋਰ ਇੰਟਰਵਿਊ ਸਰਕਲ ਹੁੰਦੀ ਆ, ਇੱਕ ਹੋਰ ਇੰਟਰਵਿਊ ਘੁੰਮਣੀ ਸ਼ੁਰੂ ਹੋ ਜਾਂਦੀ ਆ। ਕੌਮੀ ਰਾਜਨੀਤੀ ਵਿੱਚ, ਕੌਮੀ ਦ੍ਰਿਸ਼ ਵਿੱਚ ਪੰਜਾਬ ਇੱਕ ਵਾਰੀ ਫਿਰ ਫੋਕਸ ਕੀਤਾ ਗਿਆ। ਕੁਲਦੀਪ ਸਿੰਘ ਬਰਾੜ, ਬਲੂ ਸਟਾਰ ਆਪਰੇਸ਼ਨ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਕੁਲਦੀਪ ਸਿੰਘ ਬਰਾੜ ਇੱਕ ਇੰਟਰਵਿਊ ਦੇ ਦਿੰਦੇ ਆ। ਉਹਦੀ ਟਾਈਮਿੰਗ ਨੂੰ ਲੈ ਕੇ, ਉਹਨਾਂ ਦੇ ਪੇਸ਼ ਕੀਤੇ ਤੱਥਾਂ ਨੂੰ ਲੈ ਕੇ, ਔਰ ਖਾਸ ਤੌਰ ਤੇ ਇੰਦਰਾ ਗਾਂਧੀ ਦੀ ਅਪਰੋਚ ਨੂੰ ਲੈ ਕੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਉਹਨਾਂ ਵੱਲੋਂ ਕਈਆਂ ਗੱਲਾਂ ਨੂੰ ਲੈ ਕੇ ਬੜਾ ਜ਼ਰੂਰੀ ਸੀਗਾ ਕਿ ਇੱਕ ਵਾਰੀ ਅਸੀਂ ਉਸ ਦੌਰ ਦੇ ਚਸ਼ਮਦੀਦ ਲੋਕ ਜਿਨ੍ਹਾਂ ਨੇ ਉਹਨੂੰ ਰਿਪੋਰਟ ਵੀ ਕੀਤਾ ਔਰ ਉਸ ਗੌਰ ਨਾਲ ਵੀ ਵੇਖਿਆ, ਲਿਟਰੇਚਰ ਵੀ ਪੜ੍ਹਿਆ, ਬਹੁਤ ਸਾਰੇ ਸਮਕਾਲੀ ਜਿਹੜੇ ਉਸ ਵੇਲੇ ਦੇ ਬੰਦੇ ਸੀ ਉਹਨਾਂ ਨਾਲ ਇਹਨਾਂ ਦਾ ਰਾਬਤਾ ਵੀ ਰਿਹਾ, ਗੱਲਬਾਤ ਹੋਈ। ਇਹ ਬੜਾ ਜ਼ਰੂਰੀ ਹੋ ਜਾਂਦਾ ਕਿ ਕਿਸੇ ਖਿੱਤੇ ਦੇ ਵਿੱਚ ਕਿਸੇ ਸਰਗਰਮੀ ਨੂੰ ਤੁਸੀਂ ਦੇਖੋ, ਨਿਹਾਰੋ ਹੀ ਨਹੀਂ, ਉਹਦੇ ਉੱਤੇ ਟਿੱਪਣੀ ਵੀ ਕਰੋ। ਔਰ ਉਹ ਲੋਕ ਜਿਹੜੇ ਸਹਿਜ ਸੁਭਾਈ ਗੱਲਾਂ ਨੂੰ ਐਜ ਇਟ ਇਜ਼ ਪਰਸੀਵ ਕਰ ਲੈਂਦੇ ਆ, ਉਹਨਾਂ ਨੂੰ ਸਮਝ ਤੇ ਦੌਰ ਦੇ ਵਿੱਚ ਦਾਖਲ ਹੋਣ ਲਈ ਕੁਝ ਮਦਦ ਕੀਤੀ ਜਾਵੇ। ਮੈਂ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਹੁਣਾਂ ਵੱਲ ਜਾਊਂਗਾ। ਹਾਲਾਂਕਿ ਮੈਂ ਇਸ ਸੰਬੰਧ ਦੇ ਵਿੱਚ ਇੱਕ ਘਟਨਾ ਅੱਗੇ ਜਾ ਕੇ ਜ਼ਰੂਰ ਦੱਸਣਾ ਚਾਹੂੰਗਾ। ਪਿਛਲੇ ਕੁਝ ਹਫ਼ਤੇ ਪਹਿਲਾਂ, ਕੁਝ 4 ਹਫ਼ਤੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੈਨੂੰ ਨੌਕ ਕਰਦੇ ਆ ਔਰ ਬਲੂ ਸਟਾਰ ਆਪਰੇਸ਼ਨ ਤੋਂ ਐਨ ਪਹਿਲਾਂ ਵਾਪਰੀਆਂ ਘਟਨਾਵਾਂ ਜਿਹਦੇ ਉਹ ਚਸ਼ਮਦੀਦ ਸੀਗੇ, ਉਹ ਇਸ ਗੱਲਬਾਤ ਦੇ ਵਿੱਚ ਸ਼ਾਮਲ ਸੀ। ਉਹਦੇ ਬਾਰੇ ਮੈਨੂੰ ਕੁਝ ਐਸੀਆਂ ਗੱਲਾਂ ਦੱਸਦੇ ਆ ਔਰ ਉਹਨਾਂ ਨੇ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕੈਮਰੇ ਦੇ ਉੱਤੇ ਉਹ ਗੱਲਾਂ ਕਹਿਣ ਦਾ। ਮੈਂ ਤੁਹਾਡੇ ਨਾਲ ਉਹ ਵੀ ਜ਼ਰੂਰ ਸਾਂਝੀਆਂ ਕਰੂੰਗਾ ਕਿ ਸੱਚਮੁੱਚ ਇਸ ਘੱਲੂਘਾਰੇ ਨੂੰ ਟਾਲਣ ਲਈ ਆਖਰੀ ਪ੍ਰਬੰਧ ਹੋ ਗਏ ਸੀ, ਲੇਕਿਨ ਉਹ ਸੈਬੋਟਾਜ ਕਿਹਨੇ ਕੀਤਾ, ਇਹਨੂੰ ਕਿਸ ਤਰੀਕੇ ਨਾਲ ਸਾਜ਼ਿਸ਼ੀ ਦੌਰ ਦੇ ਵਿੱਚ ਦਾਖਲ ਕਰਾਇਆ ਗਿਆ, ਉਹ ਇੱਕ ਪਹਿਲੂ ਆ। ਲੇਕਿਨ ਸਰਦਾਰ ਜਗਤਾਰ ਸਿੰਘ ਜੀ, ਮੈਨੂੰ ਜ਼ਰੂਰ ਦੱਸੋ ਕਿ ਕੁਲਦੀਪ ਸਿੰਘ ਬਰਾੜ ਦੀ ਇਹ ਇੰਟਰਵਿਊ, ਉਹਦੀ ਟਾਈਮਿੰਗ, ਦਿੱਤੇ ਤੱਥ, ਮੈਂ ਇਹਨੂੰ ਕਿਵੇਂ ਅੰਕਾਂ, ਇਹਨੂੰ ਕਿਵੇਂ ਦੇਖਾਂ, ਕਿਹੜੇ ਜਾਵੀਏ 'ਚ ਪਰਖੀਏ ਇਹਨੂੰ, ਕਿਵੇਂ ਕਿਸ ਜਗ੍ਹਾ ਤੇ ਰੱਖ ਕੇ ਇਹਨੂੰ ਦੇਖੀਏ, ਕਿਹੜੇ ਚਸ਼ਮੇ ਨਾਲ? ਪਹਿਲਾ ਇਸ਼ੂ ਹੈ ਇਹਦੀ ਟਾਈਮਿੰਗ। ਮੇਰੇ ਸਾਥੀ ਮੇਰੇ ਖਿਆਲ ਦੇ ਵਿੱਚ ਇਹਦੇ ਬਾਰੇ ਰੋਸ਼ਨੀ ਪਾਉਣਗੇ ਮੇਰੇ ਤੋਂ ਬਾਅਦ। ਮੈਂ ਇਹ ਦੋ ਜਿਹੜਾ ਕੰਟੈਂਟ ਹੈ, ਮੈਂ ਇਹਦੇ ਦੋ ਪਹਿਲੂ ਹੈ ਉਹਦੀ ਗੱਲ ਕਰੂੰ। ਇਹ ਜਨਰਲ ਬਰਾੜ ਸਪਾਟ ਦੇ ਕਮਾਂਡਰ ਸੀ ਜਿਨ੍ਹਾਂ ਨੇ ਸਾਰਾ ਆਪਰੇਸ਼ਨ ਕੰਡਕਟ ਕੀਤਾ। ਇਹਨਾਂ ਨੇ ਬੜੀ ਕਮਾਲ ਦੀ ਸਟੇਟਮੈਂਟ ਦਿੱਤੀ ਹੈ ਪਹਿਲੀ ਵਾਰੀ ਇੱਕ, ਕਿ 300 ਤੋਂ 400 ਫੌਜੀ ਮਰਿਆ ਹੈ। ਇਹ ਮੇਰੇ ਵਾਸਤੇ ਜਿਹੜੀ ਫਿਗਰ ਹੈ, ਜਿਹੜਾ ਸਪਾਟ ਤੇ ਕਮਾਂਡਰ ਹੋਵੇ ਉਹਨੂੰ 300 ਤੋਂ 400 ਦਾ ਜਿਹੜਾ ਐਡਾ ਵੱਡਾ ਫਰਕ ਹੈ, ਇਹ ਪਤਾ ਹੋਣਾ ਚਾਹੀਦਾ ਹੈ। ਇਹ ਮੇਰੇ ਹਿਸਾਬ ਦੇ ਵਿੱਚ ਗੈਰ ਜ਼ਿੰਮੇਦਾਰ ਸਟੇਟਮੈਂਟ ਹੈ। ਨੰਬਰ 2, ਵਾਈਟ ਪੇਪਰ ਦੇ ਵਿੱਚ ਜਿਹੜੀ ਸਰਕਾਰੀ ਫਿਗਰ ਹੈ, ਜਿਹੜੀ ਸਰਕਾਰ ਨੇ ਰਿਲੀਜ਼ ਕੀਤੀ ਸੀਗੀ, ਉਹ 92 ਕਿਲਡ ਆਰਮੀ ਦੇ। 92 ਤੇ ਕਿੰਤੂ ਪਰੰਤੂ ਬਹੁਤ ਹੁੰਦਾ ਰਿਹਾ। ਸਿੱਖ ਸੰਸਥਾਵਾਂ ਨੇ ਕਿੰਤੂ ਪਰੰਤੂ ਕੀਤਾ, ਸਿੱਖ ਲੀਡਰਾਂ ਨੇ ਕਿੰਤੂ ਪਰੰਤੂ ਕੀਤਾ, ਉਹ ਬਾਅਦ ਦੀ ਗੱਲ ਹੈ। ਲੇਕਿਨ 300 ਤੋਂ 400 ਸਪਾਟ ਜਿਹੜੀ ਫਿਗਰ ਹੈ, ਜਿਹੜਾ ਸਪਾਟ ਕਮਾਂਡਰ ਹੈ, ਉਹ ਪਹਿਲੀ ਵਾਰ ਐਡਮਿਟ ਕਰ ਰਿਹਾ ਹੈ। ਇਹ ਫਿਗਰ ਪਹਿਲੀ ਵਾਰ ਬਾਹਰ ਆਈ ਤਾਂ ਇਹ ਇੰਪੋਰਟੈਂਟ ਜੀ। ਦੂਜੀ, ਉਹਨਾਂ ਨੇ ਇੱਕ ਅਹਿਮ ਗੱਲ ਕੀਤੀ ਜਿਹੜੀ ਅਦਰਵਾਈਜ਼ ਪੋਲੀਟੀਕਲ ਲੀਡਰ ਕਰਦੇ ਰਹੇ ਹੈ, ਕਿ ਮਿਸੇਸ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਪਹਿਲਾਂ ਫਰੈਕਸਟੀਨ ਬਣਾਇਆ ਤੇ ਫਿਰ ਉਹਨੂੰ ਖਤਮ ਕੀਤਾ। ਇਹ ਪੋਲੀਟੀਕਲ ਸਟੇਟਮੈਂਟ ਆ ਉਹਨਾਂ ਦੀ ਤੇ ਬਹੁਤ ਇੰਟਰਸਟਿੰਗ ਆਪਣੇ ਆਪ ਦੇ ਵਿੱਚ, ਜਦ ਕਿ ਵਾਰ-ਵਾਰ ਰਿਪੀਟ ਹੁੰਦੀ ਰਹੀ ਹੈ। ਤੀਜੀ, ਉਹਨਾਂ ਦਾ ਅਹਿਮ ਜਿਹੜਾ ਇਹਦੇ ਨਾਲ ਸਿਆਸੀ ਸਟੇਟਮੈਂਟ ਹੈ, ਉਹ ਹੈ ਕਿ ਖਾਲਿਸਤਾਨ ਦੀ ਅਨਾਉਂਸਮੈਂਟ ਹੋਣ ਲੱਗੀ ਸੀਗੀ ਤੇ ਸਾਨੂੰ ਇੱਕਦਮ ਮੂਵ ਕਰਨਾ ਪਿਆ, ਜਿਹੜੀ ਗੱਲ ਬਿਲਕੁਲ ਬੇਸਲੈਸ ਜੀ। ਮੈਂ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੇ ਗੱਲ ਸ਼ੁਰੂ ਕਰੂੰਗਾ, ਜਿਹੜੀ ਉਹਨਾਂ ਨੇ ਕਿਹਾ ਕਿ ਗੱਲ ਆਲਮੋਸਟ ਮੁੱਕ ਚੁੱਕੀ ਸੀ। ਮੈਂ ਲਾਸਟ ਮੇਰੀ ਮੁਲਾਕਾਤ ਸੰਤ ਜਰਨੈਲ ਸਿੰਘ ਹੋਰਾਂ ਨਾਲ 25 ਮਈ ਦੀ ਹੈ। 1-on-1 ਮੈਂ ਡਿਊਟੀ ਤੇ ਸੀ। ਅਕਾਲੀ ਦਲ ਦੀ ਇੱਕ ਦਿਨ ਪਹਿਲਾਂ ਵਰਕਿੰਗ ਕਮੇਟੀ ਮੀਟਿੰਗ ਸੀਗੀ ਜਿਹਦੇ ਵਿੱਚ ਫੂਡ ਗ੍ਰੇਨ ਬਲੌਕੇਡ ਦਾ ਫੈਸਲਾ ਲਿਆ ਗਿਆ ਸੀ। ਮੈਂ ਉਹ ਕਵਰ ਕਰਨ ਗਿਆ ਹੋਇਆ ਸੀ ਤੇ ਮੇਰੀ ਸੰਤਾਂ ਨਾਲ ਕੱਲਿਆਂ ਨਾਲ ਗੱਲ ਹੋਈ ਘੰਟਾ, ਜਿੱਥੇ ਮੈਂ ਵੀ ਹੈਰਾਨ ਹੋ ਗਿਆ ਵੀ ਸਰ ਜੀ ਕੀ ਕਹਿ ਰਹੇ ਹੈ।
ਉਹ ਕਹਿੰਦੇ ਵੀ ਮੈਂ ਫੈਸਲੇ ਵਾਸਤੇ ਤਿਆਰ ਹੈ, ਮੇਰੀ ਕਿਤਾਬ ਦਾ ਪਾਰਟ ਹੈ ਡਿਟੇਲ ਸਾਰੀ, ਕੋਈ ਨਵੀਂ ਗੱਲ ਨਹੀਂ ਹੈ। ਉਹ ਕਹਿੰਦੇ ਮੇਰੀਆਂ ਆਹ ਸ਼ਰਤਾਂ ਹੈ ਤੇ ਬਾਕੀ ਸਮਝੌਤਾ ਅਕਾਲੀ ਦਲ ਨਾਲ ਕਰ ਲੈਣ ਤੇ ਮੈਂ ਅਗਲੇ ਦਿਨ ਹੀ ਦਰਬਾਰ ਸਾਹਿਬ ਛੱਡ ਕੇ ਮਹਿਤਾ ਚੌਕ ਤੇ ਲੈ ਜਾਊਂਗਾ। 25 ਨੂੰ ਮੈਂ ਮਿਲਦਾ, 27 ਨੂੰ ਇੱਕ ਸੱਜਣ ਹੋਰ ਮਿਲਦੇ ਹੈ ਤੇ ਜਿਹੜਾ ਮੈਨੂੰ RL ਭਾਟੀਆ ਹੋਰਾਂ ਨੇ ਬਾਅਦ ਦੇ ਵਿੱਚ ਦੱਸਿਆ ਕਿ 27 ਵਾਲੀ ਮੀਟਿੰਗ ਟੇਪ ਰਿਕਾਰਡ ਕੀਤੀ ਗਈ ਸੀਗੀ, ਉਹ ਕੈਸਟ ਮਿਸਿਸ ਗਾਂਧੀ ਕੋਲ ਭੇਜੀ ਗਈ। ਕਹਿੰਦੇ ਵੀ ਜਿਹੜੀ ਗੱਲ ਤੂੰ ਕਹਿ ਰਿਹਾ ਇਹ ਗੱਲ ਉਸ ਦਿਨ ਉਸ ਮੀਟਿੰਗ ਤੇ ਹੋਈ। ਉਸ ਤੋਂ ਬਾਅਦ 1 ਜੂਨ ਨੂੰ 2 ਬੰਦਿਆਂ ਦਾ ਡੈਲੀਗੇਸ਼ਨ ਦਿੱਲੀ ਤੋਂ ਇਹਨਾਂ ਨੂੰ ਮਿਲਣ ਆਇਆ। ਗੱਲਬਾਤ ਕੀ ਹੋਈ ਕਿਸੇ ਨੂੰ ਕੁਝ ਨਹੀਂ ਪਤਾ। ਉਹਨੂੰ ਸੀਐਫ ਕਰਨ ਗਏ ਸੀ 2 ਬੰਦੇ, ਹਰਮਿੰਦਰ ਸੰਧੂ ਤੇ ਹਰਿੰਦਰ ਕਾਲੋ ਜਿਉਂਦਾ। ਸੋ ਇਹ ਗੱਲ ਅਖੀਰ ਤੱਕ ਚੱਲਦੀ ਰਹੀ। ਹੁਣ ਇਸ਼ੂ ਇਹੀ ਹੈ ਕਿ ਇਸ ਸਾਰੀ ਗੱਲ ਦੇ ਬਾਵਜੂਦ ਬਲੂ ਸਟਾਰ ਕਿਉਂ ਹੋਇਆ, ਇਹ ਤਾਂ ਹੀ ਪਤਾ ਲੱਗ ਸਕਦਾ ਹੈ ਜੇ ਇੱਕ ਸੁਪਰੀਮ ਕੋਰਟ ਦੀ ਸੁਪਰਵਿਜ਼ਨ ਦੇ ਵਿੱਚ ਹਾਈ ਲੈਵਲ ਇਨਕੁਆਇਰੀ ਕੀਤੀ ਜਾਵੇ ਔਰ ਉਸ ਸਮੇਂ ਦੇ ਜਿਹੜੇ ਡਾਕੂਮੈਂਟਸ ਆ ਸਾਰੇ ਉਹ ਡੀਕਲਾਸੀਫਾਈ ਕੀਤੇ ਜਾਣ। ਜਿਹੜੀ ਗੱਲ ਜਨਰਲ ਬਰਾੜ ਕਹਿ ਰਹੇ ਹੈ ਕਿ ਸਾਨੂੰ ਇੱਕਦਮ ਮੂਵ ਕਰਨਾ ਪਿਆ, ਇਹਨਾਂ ਨੂੰ 1 ਤਰੀਕ ਨੂੰ ਆਰਡਰ ਹੋਏ, ਉਹ ਠੀਕ ਹੈ, ਲੇਕਿਨ 1 ਤਰੀਕ ਨੂੰ ਹੀ ਜਨਰਲ RS ਦਿਆਲ ਨੇ ਚੰਡੀਗੜ੍ਹ ਦੇ ਵਿੱਚ ਐਗਜ਼ੀਕਿਊਟਿਵ ਐਡਵਾਈਜ਼ਰ ਟੇਕ ਓਵਰ ਕਰ ਲਿਆ ਸੀ। ਪ੍ਰੈਸ ਕਾਨਫਰੰਸ ਹੋਈ ਸੀਗੀ, ਅਸੀਂ ਸਾਰੇ ਉਹ ਕਵਰ ਕੀਤੀ ਹੈ। ਸੋ ਇੱਕਦਮ ਨਹੀਂ ਸੀ। ਉਹਦਾ ਕਾਰਨ ਹੈ ਕਿਉਂਕਿ ਉਸ ਤੋਂ ਪਹਿਲਾਂ ਫਰਵਰੀ ਦੇ ਵਿੱਚ ਗੌਰਮੈਂਟ ਆਫ ਇੰਡੀਆ ਨੇ ਬ੍ਰਿਟਿਸ਼ ਗੌਰਮੈਂਟ ਨੂੰ ਐਡਵਾਈਸ ਵਾਸਤੇ ਲਿਖਿਆ ਸੀ। ਸੋ ਇਹ ਤਾਂ ਲਗਾਤਾਰ ਇੱਕ ਬਿਲਡ ਹੋ ਰਿਹਾ ਸੀਗਾ। 26 ਮਈ ਨੂੰ ਅਕਾਲੀ ਦਲ ਦੀ ਜਿਹੜੀ ਲਾਸਟ ਮੀਟਿੰਗ ਹੈ ਮਿਸਟਰ ਗਾਂਧੀ ਨਾਲ, ਉਹ ਹੈ ਮਿਸਟਰ ਗਾਂਧੀ ਨਾਲ ਨਹੀਂ 4 ਮਿਨਿਸਟਰ ਨਾਲ, ਜਿਹਦੇ ਵਿੱਚ ਇਹ ਕਿਹਾ ਗਿਆ ਵੀ ਸੰਤ ਭਿੰਡਰਾਂ ਵਾਲੇ ਦੀ ਜ਼ਿੰਮੇਵਾਰੀ ਕੌਣ ਲਏਗਾ। ਤੇ ਟੌੜਾ ਸਾਹਿਬ ਕਹਿੰਦੇ ਹੁੰਦੇ ਸੀ, ਕਹਿੰਦੇ ਮੈਂ ਕਿਹਾ ਸੀ ਕਿ ਜ਼ਿੰਮੇਵਾਰੀ ਮੈਂ ਲਵਾਂਗਾ। ਔਰ 2 ਘੰਟੇ ਬਾਅਦ ਮਿਸਟਰ ਵਾਪਸ ਆਏ, ਜਦ ਕਿ ਅਕਾਲੀ ਸਾਰੀ ਗੱਲ ਮੰਨ ਗਏ ਸੀਗੇ। ਉਹ ਕਹਿੰਦੇ ਸਾਰੀ ਮਿਸਟਰ ਮੈਡਮ ਡਜ਼ ਨਾਟ ਐਗਰੀ। ਉਸ ਤੋਂ ਬਾਅਦ ਆਪਰੇਸ਼ਨ ਸ਼ੁਰੂ ਹੋ ਗਿਆ। ਇਹ ਇਨ ਬਰੀਫ ਇਹਦੀ ਬੈਕਗਰਾਉਂਡ ਹੈ ਜੀ। ਹੁਣ ਜਨਰਲ ਸਾਹਿਬ ਨੇ ਇੱਕ ਗੱਲ ਹੋਰ ਕੀਤੀ ਹੈ ਕਿ ਮਿਸਟਰ ਗਾਂਧੀ ਦੀ ਕ੍ਰੀਏਸ਼ਨ ਸਨ ਜਰਨੈਲ ਸਿੰਘ ਸੀ। ਮੈਨੂੰ ਇਹੀ ਗੱਲ ਸਮਝ ਨਹੀਂ ਆਉਂਦੀ ਕਿ ਮਿਸਟਰ ਗਾਂਧੀ ਹਟ ਜਾਂਦੀ ਹੈ ਪ੍ਰਾਈਮ ਮਿਨਿਸਟਰ ਮਾਰਚ 1977 ਤੇ ਸਨ ਜਰਨੈਲ ਸਿੰਘ ਟੇਕ ਓਵਰ ਕਰਦੇ ਹੈ 25 ਅਗਸਤ 1977 ਟਕਸਾਲ ਦੇ ਚੀਫ ਦੇ ਤੌਰ ਤੇ। ਕਿ ਮਿਸਟਰ ਗਾਂਧੀ ਦੀ ਪਹਿਲੀ ਪ੍ਰਾਇਰਟੀ PM ਨਾਰਾਇਣ ਤੋਂ ਬਾਅਦ ਇਹ ਸੀ ਕਿ ਅਕਾਲੀ ਦਲ ਨੂੰ ਕਨਫਰੰਟ ਕਰਨ ਵਾਸਤੇ ਪੰਜਾਬ ਵਿੱਚ ਇੱਕ ਨਵਾਂ ਕੋਈ ਸਾਧ ਖੜਾ ਕੀਤਾ ਜਾਵੇ। ਜਾਂ ਹੁਣ ਕਹਿੰਦੇ ਵੀ ਆਪਣੇ ਸੰਜੇ ਗਾਂਧੀ ਨੇ ਇੰਟਰਵਿਊ ਕੀਤਾ, ਇਹ ਵੀ ਸ਼ਬਦ ਆ ਰਿਹਾ। ਮੈਂ ਚਲੋ ਮੰਨ ਕੇ ਤੁਰਦਾ ਵੀ ਸਰਕਾਰ ਦੁਬਾਰਾ ਬਣੀ ਇਹਨਾਂ ਦੀ ਆ ਕੇ ਜਨਵਰੀ 1980 ਦੇ ਵਿੱਚ, ਵੀ ਉਦੋਂ ਤੇ ਜੂਨ 1980 ਦੇ ਵਿੱਚ ਸੰਜੇ ਗਾਂਧੀ ਦਾ ਕ੍ਰੈਸ਼ ਹੋ ਗਿਆ। ਕੀ ਸਰਕਾਰ ਬਣਨ ਸਾਰ ਸੰਜੇ ਗਾਂਧੀ ਦੀ ਪ੍ਰਾਇਰਟੀ ਇਹ ਸੀ ਕਿ ਅਕਾਲੀ ਦਲ ਜਿਹੜਾ ਉਸ ਵੇਲੇ ਆਊਟ ਆਫ ਪਾਵਰ ਹੋ ਚੁੱਕਿਆ ਸੀ ਉਹਨੂੰ ਕਨਫਰੰਟ ਕੀਤਾ ਜਾਵੇ? ਸੋ ਇਹ ਗੱਲਾਂ ਸਮਝ ਤੋਂ ਬਾਹਰ ਹੈ। ਇਹ ਤਾਂ ਮੈਂ ਕਹਿੰਦਾ ਕਿ ਸਾਰੀ ਗੱਲ ਦੀ ਹਾਈ ਲੈਵਲ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਕਿ ਅਸਲੀ ਤੱਥ ਬਾਹਰ ਆ ਜਾਣ। ਜਿਹੜੀ ਗੱਲ ਆਪਣੇ ਜਨਰਲ ਬਰਾੜ ਨੇ ਕੀਤੀ ਹੈ ਉਹ ਬੇਸਲੈਸ ਲਗਾਤਾਰ ਹੋ ਰਹੀ। ਸਰਦਾਰ ਜਸਪਾਲ ਸਿੰਘ ਜੀ ਸਿੱਧੂ ਸਾਹਿਬ, ਜਿਵੇਂ ਸਰਦਾਰ ਜਗਤਾਰ ਸਿੰਘ ਹੋਰਾਂ ਨੇ ਕਾਫੀ ਸਵਾਲ ਖੜੇ ਕਰਤੇ, ਕਾਫੀ ਸਾਰੇ ਸਵਾਲ ਮੈਨੂੰ ਲੱਗਦਾ ਇੱਕੋ ਵਾਰੇ ਇਸ ਇੰਟਰਵਿਊ ਨੂੰ ਲੈ ਕੇ ਹੋਏ ਆ। ਔਰ ਜਿਵੇਂ ਆਪਾਂ ਗੈਰ ਰਸਮੀ ਗੱਲਬਾਤ ਦੇ ਵਿੱਚ ਗੱਲ ਕਰ ਹੀ ਰਹੇ ਸੀਗੇ, ਤੁਸੀਂ ਕਹਿ ਰਹੇ ਸੀਗੇ ਕਿ ਇਹਦੀ ਟਾਈਮਿੰਗ ਨੂੰ ਲੈ ਕੇ, ਇਹਦੇ ਸਮੇਂ ਨੂੰ ਲੈ ਕੇ ਇਹਨੂੰ ਕਿਸ ਤਰੀਕੇ ਨਾਲ ਅੱਗੇ ਲਿਆਂਦਾ ਗਿਆ। ਮੈਂ ਇਹ ਤੁਹਾਡੇ ਤੋਂ ਜਾਣਨਾ ਚਾਹੁੰਦਾ ਹੈ ਕਿ ਤੁਹਾਡੀਆਂ ਫਾਈਂਡਿੰਗਸ ਕੀ ਕਹਿੰਦੀਆਂ, ਤੁਹਾਡੀ ਦੂਰਅੰਦੇਸ਼ੀ ਕੀ ਕਹਿੰਦੀ ਆ, ਕਿਉਂਕਿ ਪੰਜਾਬ ਦੇ ਵਿੱਚ ਕੋਈ ਚੋਣ ਤਾਂ ਹੈ ਨਹੀਂ ਤੇ ਦੇਸ਼ ਦੇ ਵਿੱਚ ਵੀ ਕੋਈ ਏਡੀ ਵੱਡੀ ਚੋਣ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਹੈ ਨਹੀਂ ਕਿ ਕੋਈ ਪੋਲਰਾਈਜੇਸ਼ਨ ਕੀਤੀ ਜਾਵੇ ਜਾਂ ਉਸ ਪੁਰਾਣੀ ਘਟਨਾ ਨੂੰ ਫਿਰ ਸਾਹਮਣੇ ਲਿਆਂਦਾ ਜਾਵੇ। ਤੁਸੀਂ ਇਹਨੂੰ ਕਿਵੇਂ ਦੇਖਿਆ? ਇਹ ਅਚਨਚੇਤ ਇਹ ਜਿੰਨ ਬਕਸੇ ਚੋਂ ਬਾਹਰ ਆਉਂਦਾ ਹੈ, ਬੋਤਲ ਚੋਂ ਬਾਹਰ ਆਉਂਦਾ ਹੈ। ਆਖਰ ਕੁਲਦੀਪ ਸਿੰਘ ਬਰਾੜ ਨੇ ਇੱਕ ਕਿਤਾਬ ਵੀ ਲਿਖੀ ਸੀ, ਮੈਂ ਉਹਨੂੰ ਬਹੁਤ ਜ਼ਿਆਦਾ ਤਵੱਜੋ ਨਹੀਂ ਦਿੰਦਾ, ਉਸ ਕਿਤਾਬ ਨੂੰ ਮੈਂ ਪੜ੍ਹੀ ਹੈ। ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ? ਅੱਜ ਦੇ ਦਿਨ 'ਚ ਉਹਨਾਂ ਦੀ ਗੱਲ ਦਾ ਕੋਈ ਵਜਨ ਹੈ ਇਸ ਗੱਲ ਦਾ? ਦੇਖੋ, ਇਹ ਬੜਾ ਲਾਊਡ ਥਿੰਕਿੰਗ ਹੋਏਗੀ, ਜ਼ਿਆਦਾ ਕੰਜਕਚਰ ਹੋਏਗਾ ਜੇ ਮੈਂ ਜ਼ਿਆਦਾ ਇਹਦੇ ਤੇ ਸਿੱਧਾ ਗੱਲ ਕਰੀਏ ਤੇ ਨਾ ਕਹਿਣੀ ਚਾਹੀਦੀ ਹੈ। ਅੰਦਰ ਖਾਤੇ ਬਹੁਤ ਕੁਝ ਚੱਲਦਾ ਰਹਿੰਦਾ, ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ
ਵੀ ਖਾਲਿਸਤਾਨ ਦੀ ਗੱਲ ਨੂੰ ਜਿੰਦਾ ਰੱਖਣਾ ਚਾਹੁੰਦੇ ਆ, ਅਲਾਈਵ ਰੱਖਣਾ ਚਾਹੁੰਦੇ ਆ, ਮਰਨ ਨਹੀਂ ਦੇਣਾ ਚਾਹੁੰਦੇ। ਉਹਦੇ ਲਈ ਹੁਣ ਕਿੰਨੇ ਹੀ ਐਕਟਰ ਇੱਥੇ ਆਏ ਆ, ਕਿੰਨੇ ਐਕਟਰ ਬੋਲ ਰਹੇ ਆ ਤੇ ਕਿਸ ਤਰੀਕੇ ਦਾ ਨੈਰੇਟਿਵ ਖੜਾ ਕੀਤਾ ਜਾ ਰਿਹਾ ਹੈ। ਇਹ ਇੱਕ ਖਾਲਿਸਤਾਨ ਦੀ ਗੱਲ ਨੂੰ ਖੜਾ ਕਰਨ ਵਾਲੀ, ਉਹਨੂੰ ਜਿੰਦਾ ਰੱਖਣ ਵਾਲੀ ਗੱਲਬਾਤ ਦਾ ਹਿੱਸਾ ਹੈ, ਜਿੱਥੋਂ ਤੱਕ ਮੈਂ ਸਮਝਦਾ। ਚਲੋ ਬਾਕੀ ਰਹਿ ਗਈਆਂ ਗੱਲਾਂ ਤੁਸੀਂ ਦੂਸਰੀਆਂ, ਵੀ ਇਹ ਜਨਰਲ ਬਰਾੜ ਦੀ ਮੈਂ ਜਿੰਨੀ ਕਿ ਦੀ ਇੰਟਰਵਿਊ ਸੁਣੀ ਹੈ ਉਹਦੇ ਵਿੱਚ ਉਸਨੇ ਕਾਫੀ ਗੱਲਾਂ ਉਹ ਬੋਲੀਆਂ ਜਿਹੜੀਆਂ ਉਸ ਵੇਲੇ ਬੋਲੀਆਂ ਜਾਂਦੀਆਂ ਸੀ। ਉਦੋਂ ਪਿੱਛੋਂ ਬਹੁਤ ਕੁਝ ਪਤਾ ਲੱਗ ਗਿਆ। 40 ਸਾਲ ਹੋ ਗਏ ਸਾਰੀ ਗੱਲ ਨੂੰ, ਉਹਦੇ ਪਿੱਛੋਂ ਕਈ ਕਿਤਾਬਾਂ ਆ ਗਈਆਂ। ਉਹ ਕਹਿ ਰਿਹਾ ਵੀ ਇਹ ਖਾਲਿਸਤਾਨ ਦੀ ਡੈਕਲੇਰੇਸ਼ਨ ਕਰਨ ਵਾਲੀ ਸੀ। ਤਾਂ ਉਹਦੇ ਉੱਤੇ ਇੱਕ ਕਿਤਾਬ ਜਿਹੜੀ ਰਮੇਸ਼ ਇੰਦਰ ਦੀ ਆਈ ਹੈ, ਚਲੋ ਸਾਨੂੰ ਤਾਂ ਪਤਾ ਵੀ ਇਹ ਸਾਰਾ ਝੂਠ ਸੀਗਾ। ਆਪਾਂ ਕੱਲ ਵੀ ਗੱਲ ਕੀਤੀ ਹੈ ਵੀ ਸੰਤ ਕਦੇ ਵੀ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਤੋਂ ਅੱਗੇ ਨਹੀਂ ਗਿਆ ਤੇ ਨਾ ਉਹ ਕੋਈ ਨਾ ਲੌਂਗੋਵਾਲ ਨਾ ਉਹ ਦੋਨੋਂ ਹੀ ਨਹੀਂ ਗਏ। ਤੇ ਇੱਥੋਂ ਜਿਹੜਾ ਹੁਣ ਜਿਹਨੂੰ ਸਪੈਸੀਫਿਕਲੀ ਇਨਸਾਈਡਰ ਸਟੋਰੀ ਦੇ ਲੈਵਲ ਤੇ ਰਮੇਸ਼ ਇੰਦਰ ਚੀਫ ਸੈਕਟਰੀ ਰਹੇ ਆ, ਉਦੋਂ ਉਹ ਡਿਪਟੀ ਕਮਿਸ਼ਨਰ ਸੀ ਉੱਥੇ ਅੰਮ੍ਰਿਤਸਰ ਦੇ ਵਿੱਚ। ਉਹ 2 ਤਰੀਕ ਨੂੰ ਚਲੇ ਜਾਂਦੇ ਆ, ਮੀਟਿੰਗਾਂ 'ਚ ਹਾਜ਼ਰ ਵੀ ਹੁੰਦੇ ਆ। 4 ਤਰੀਕ ਨੂੰ 4 ਜੂਨ ਨੂੰ ਉਹ ਐਜ ਏ ਡਿਪਟੀ ਕਮਿਸ਼ਨਰ ਚਾਰਜ ਲੈ ਲੈਂਦੇ ਆ। ਉਹਨਾਂ ਦੀ ਜਿਹੜੀ ਕਿਤਾਬ ਹੈ ਟਰਮੋਲ ਇਨ ਪੰਜਾਬ ਬਿਫੋਰ ਐਂਡ ਆਫਟਰ ਬਲੂ ਸਟਾਰ ਆਪਰੇਸ਼ਨ ਇਨਸਾਈਡ ਸਟੋਰੀ, ਉਹਦੇ 'ਚ ਉਹ ਮੇਨ ਪਹਿਲੇ ਚੈਪਟਰ ਦਾ ਵਿੱਚ ਉਹਦਾ ਜਿਹੜਾ ਬਿਲਡਅਪ ਕਰਦਾ ਥੀਸਿਸ ਇਹ ਕਰਦਾ ਵੀ ਕੋਈ ਡੈਕਲੇਰੇਸ਼ਨ ਨਹੀਂ ਸੀ ਹੋਣੀ ਖਾਲਿਸਤਾਨ ਦੀ, ਜਾਣਬੁੱਝ ਕੇ ਕਿਹਾ। ਉਹ ਕੋਟ ਵੀ ਕਰਦਾ ਸਾਰੀ ਗੱਲ ਦੀ, ਜਿਹੜੇ ਜਿਨ੍ਹਾਂ ਦੇ ਰਾਹੀਂ ਖਾਲਿਸਤਾਨ ਦੀ ਗੱਲ ਕਹਾਉਣ ਦੀ ਕੋਸ਼ਿਸ਼ ਕੀਤੀ ਸੰਤ ਲੌਂਗੋਵਾਲ ਤੋਂ ਤੇ ਭਿੰਡਰਾਂਵਾਲੇ ਤੋਂ। ਇਹ ਮੈਂ ਨਹੀਂ ਜਾਣਾ ਚਾਹੁੰਦਾ ਇਹਦੇ ਵਿੱਚ, ਉਹ ਬਿਲਕੁਲ ਸਪੈਸੀਫਿਕਲੀ ਕਹਿੰਦਾ। ਦੂਸਰੀ ਗੱਲ ਮੈਂ ਜਿਹੜੀ ਇਹ ਜਨਰਲ ਬਰਾੜ ਪੁਰਾਣੀਆਂ ਗੱਲਾਂ ਕਹਿ ਰਿਹਾ ਵੀ ਉਹ ਫਰੈਂਕਸਟੀਨ ਸੀ, ਉਹਦੀ ਚਲਦੀ ਸੀ, ਉਹ ਸਾਡੇ ਤੇ ਜਿਹੜੀ ਇਸ ਗੱਲ ਤੇ ਉਲਟ ਗੱਲ ਕਰਦਾ ਹੈ। ਉਹ ਕਹਿੰਦਾ ਵੀ ਸਾਡੇ ਤੇ ਅਸੌਲਟ ਕਰਨ ਵਾਲੇ ਸੀ, ਉਲਟਾ ਕਹਿੰਦਾ ਦੇ ਵਰ ਪ੍ਰੀਪੇਅਰਡ ਫॉर ਦਾ ਅਸੌਲਟ। ਡੈਕਲੇਰੇਸ਼ਨ ਵੀ ਪਲੱਸ ਅਸੌਲਟ ਲਈ ਸਾਡੇ ਤੇ ਤਿਆਰ ਸੀ, ਇਨਸਾਈਡਰ ਸੀ ਜਿਹੜੇ ਅੰਦਰ ਸੀ ਦਰਬਾਰ ਸਾਹਿਬ ਦੇ ਵਿੱਚ ਬੰਦੇ ਹਥਿਆਰਬੰਦ। ਇਹ ਵੀ ਉਹ ਗੱਲ ਆਪਣੇ ਆਪ 'ਚ ਗਲਤ ਕਰਦਾ। ਆਪਰੇਸ਼ਨ ਆਰਮੀ ਨੇ ਕੀਤਾ, ਇਨਸਰਕਲ ਕਰਕੇ ਕੀਤਾ, ਸਾਰੇ ਪੰਜਾਬ ਨੂੰ ਕਰਫਿਊ ਦੇ ਥੱਲੇ, ਐਡੇ ਵੱਡੇ ਪੰਜਾਬ ਨੂੰ ਕਰਫਿਊ ਲਾ ਕੇ ਕੀਤਾ। ਇਹ ਸਾਰੇ ਸੱਚਾਈਆਂ। ਦੂਸਰੀ ਗੱਲ ਜਿਹੜੀ ਖਾਲਿਸਤਾਨ ਦੀ ਗੱਲ ਕਹਿਣ ਦੀ ਗੱਲ ਹੈ, ਉਹਦੇ ਲਈ ਜਿਹੜੀ GBS ਸਿੱਧੂ ਦੀ ਕਿਤਾਬ ਆਈ ਹੈ ਉਹ ਮੈਂ ਬੜੀ ਥਾਰੋਲੀ ਪੜ੍ਹੀ ਹੈ ਤੇ ਰਿਵਿਊ ਵੀ ਕੀਤਾ ਉਹਦਾ। ਤੇ ਉਸਨੇ ਸਾਰੀ ਸਟੋਰੀ ਬਿਲਡਅਪ ਕੀਤੀ ਹੈ ਵੀ ਕਿਸ ਤਰੀਕੇ ਨਾਲ ਇੰਦਰਾ ਗਾਂਧੀ ਨੇ ਜਾਂ ਸੰਜੇ ਗਾਂਧੀ ਨੇ ਜਿਹੜਾ ਇੱਕ ਉਹਦੇ ਇੱਕ ਗਰੁੱਪ ਬਣਾਇਆ ਸੀ ਸਾਰਾ, ਉਹ ਗਰੁੱਪ ਨੇ ਕਿਸ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਨੂੰ ਖੜਾ ਕੀਤਾ। ਅੰਬੈਸੀਆਂ ਕੈਨੇਡਾ 'ਚ ਬਣਾਈਆਂ, ਕੈਨੇਡਾ 'ਚ ਬੰਦੇ ਖੜੇ ਕੀਤੇ ਤੇ ਸਰਵੇ ਕਰਾਏ। ਤੇ ਉਹਦੇ ਉੱਤੇ ਲੰਬੀ ਸਟੋਰੀ ਹੈ ਵੀ ਖਾਲਿਸਤਾਨ ਦੀ ਗੱਲ, ਉਹਦੀ ਕਿਤਾਬ ਦਾ ਨਾਂ ਹੀ ਇਹੀ ਹੈ ਵੀ ਖਾਲਿਸਤਾਨ ਕੰਸਪੀਰੇਸੀ ਉਹਦੀ ਕਿਤਾਬ ਦਾ ਨਾਂ ਹੈ। ਇਹ ਕੰਸਪੀਰੇਸੀ ਖਾਲਿਸਤਾਨ ਦੀ ਖੜੀ ਕੀਤੀ ਹੈ। ਇਹ ਜਿਹੜੀ ਕਿ ਹੁਣ ਇਸ ਬਰਾੜ ਦੇ ਕੋਲੇ ਇਨਫੋਰਮੇਸ਼ਨ ਬਹੁਤ ਘੱਟ ਹੈ, ਇਹ ਸਾਰਾ ਕੁਝ ਛਪ ਚੁੱਕਿਆ। ਜਨਰਲ ਬਰਾੜ ਉਹ ਪੁਰਾਣੀਆਂ ਗੱਲਾਂ ਹੀ ਕਰੀ ਜਾਂਦਾ। ਤੀਸਰੀ ਗੱਲ ਜਿਹੜੀ ਇੱਕ ਹੋਰ ਜਨਰਲ ਬਰਾੜ ਨੇ ਕਹੀ ਹੈ, ਉਹ ਕਹਿੰਦਾ ਵੀ ਪੁਲਿਸ ਕਿਸੇ ਵੀ ਬਿਲਕੁਲ ਡਿਫੰਕਟ ਹੋ ਗਈ ਸੀ। ਤੇ ਇਹਦੇ ਵਿੱਚ ਮੈਂ ਇੱਕ ਤੀਜੀ ਕਿਤਾਬ ਜਿਹੜੀ ਹੁਣ ਆਈ ਆ, ਸਾਰਿਆਂ ਨੂੰ ਪਤਾ, ਪੜ੍ਹੀ ਹੋਣੀ ਹੋਰ ਲੋਕਾਂ ਨੇ ਵੀ, ਇਨ ਸਰਵਿਸ ਆਫ ਫ੍ਰੀ ਇੰਡੀਆ, BD ਪਾਂਡੇ ਦੀ ਆ, ਮੈਮੋਇਰਸ ਆਫ ਸਿਵਲ ਸਰਵੈਂਟ। ਉਹ ਇੱਥੇ ਉਦੋਂ ਗਵਰਨਰ ਸੀ ਤੇ ਉਸਨੇ ਸਾਰਾ ਕਿਹਾ। ਉਹਦੇ ਖਾਸ ਕਰਕੇ ਮੈਂ 2 ਸਫ਼ੇ ਨੋਟ ਕੀਤੇ ਹੋਏ ਆ। ਉਹਨੇ ਓਪਨਲੀ ਕਿਹਾ ਇਸ ਸਫ਼ੇ ਤੇ ਆਪਣਾ 259 ਸਫ਼ੇ ਤੇ ਬਿਲਕੁਲ ਕਲੀਅਰਲੀ ਇੱਕ ਪੈਰਾ ਲਿਖਿਆ ਵੀ ਸਾਨੂੰ ਪੁਲਿਸ ਬਹੁਤ ਐਫੀਸ਼ੀਐਂਟ ਸੀ, ਪੁਲਿਸ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ। ਫਿਰ ਉਹ ਵੀ ਕਹਿੰਦਾ ਵੀ ਜਿਹੜੇ ਕਹਿੰਦੇ ਆ ਵੀ ਪੁਲਿਸ ਕੋਲ ਇਨਫੋਰਮੇਸ਼ਨ ਨਹੀਂ ਸੀ, ਸਾਡੇ ਕੋਲ ਇਨਸਾਈਡ ਸਾਰੀ ਇਨਫੋਰਮੇਸ਼ਨ ਸੀ। ਸਾਡੇ ਕੋਲ ਇੱਕ ਬੰਦਾ ਗਿਣਿਆ ਸੀ ਜਿਹੜਾ ਉਹਨਾਂ ਦੇ ਸੰਤ ਦੀ ਜਥੇ ਵਿੱਚ ਸੀ, ਹਰ ਇੱਕ ਦਾ ਪ੍ਰੋਫਾਈਲ ਸੀ ਸਾਡੇ ਕੋਲੇ। ਇਹ ਪੂਰਾ ਉਹਦੇ ਤੇ ਡਿਟੇਲ ਦਿੰਦਾ। ਇੱਕ ਇਹ ਆ ਕਹਿੰਦਾ ਸਾਨੂੰ ਪੁਲਿਸ ਨੂੰ ਜਿਹੜੇ ਹਥਿਆਰ ਗੋਲਡਨ ਟੈਂਪਲ 'ਚ ਜਾਂਦੇ ਆ, ਜਿਵੇਂ ਕਿਹਾ ਸੀ ਗੋਲਡਨ ਟੈਂਪਲ 'ਚ ਬਰਾੜ ਕਹਿ ਰਿਹਾ ਹਥਿਆਰ ਜਾਂਦੇ, ਉਹ ਕਹਿੰਦਾ ਸਾਰਾ ਜਿਹੜਾ 3 ਸਰਕਲ ਸੀਗੇ ਜਿਹੜੇ ਅੰਦਰ ਸੀ, ਇੱਕ ਸਪੈਸ਼ਲ ਪੁਲਿਸ ਦਾ, ਉਦੋਂ ਪਿੱਛੋਂ CRP ਦਾ, ਫਿਰ BSF ਦਾ, ਅਸੀਂ ਚੌਥੇ ਘੇਰੇ ਤੇ ਸੀਗੇ। ਪੁਲਿਸ ਸਾਡੀ ਰੱਖੀ ਜਾਂਦੀ ਸਿਰਫ ਵੀ ਲੋਕਲ ਹੋਣ ਕਰਕੇ, ਜਾਣ ਬੰਦਿਆਂ ਦੇ ਆਇਡੈਂਟੀਫਾਈ ਕਰਨ ਵਾਸਤੇ। ਤੇ ਕਹਿੰਦਾ ਇਹ ਉਸ ਦੇ ਬਾਵਜੂਦ ਵੀ ਹਥਿਆਰ ਅੰਦਰ ਗਏ ਆ, ਤਾਂ ਫਿਰ ਕੌਣ ਜ਼ਿੰਮੇਵਾਰ ਹੈ? ਸੈਂਟਰ ਜ਼ਿੰਮੇਵਾਰ ਹੈ। ਪੰਜਾਬ ਪੁਲਿਸ ਦੀ ਕੋਈ ਗੱਲਬਾਤ ਨਹੀਂ ਸੀ। ਇੱਕ ਉਹਨੇ ਹੋਰ ਬੜੀ ਜਿਹੜੀ ਇਹਦੇ ਵਿੱਚ ਪਾਕਿਸਤਾਨ ਦਾ ਨਾਮ ਵੀ ਲੈਂਦਾ ਜਨਰਲ ਬਰਾੜ, ਇੱਕ ਉਹਨੇ ਬੜੀ ਪਾਏਦਾਰ ਗੱਲ ਕੀਤੀ ਹੈ ਗਵਰਨਰ ਨੇ, 260 ਪੇਜ ਤੇ ਹੀ ਹੈ ਸਾਰਾ
ਤੇ ਉਹਨੇ ਬੜਾ ਜ਼ੋਰ ਨਾਲ ਕਿਹਾ ਵੀ ਮੈਂ ਬਹੁਤ ਲੋਕਾਂ ਤੋਂ ਪੁੱਛਦਾ ਰਿਹਾ, ਗਵਰਨਰ ਹਾਊਸ ਵਿੱਚ ਮੈਨੂੰ ਵੈਦਿਆ ਵੀ ਮਿਲਣ ਆਏ, ਸਾਰੇ ਮਿਲਣ ਆਏ, ਜਨਰਲ ਵੈਦਿਆ ਵੀ ਆਇਆ ਤੇ ਹੋਰ ਸਾਰੇ ਮਿਲਦੇ। ਮੈਂ ਪੁੱਛਦਾ ਰਿਹਾ ਵੀ ਪਾਕਿਸਤਾਨ ਦੀ ਜਿਹੜੀ ਕੰਸਪੀਰੇਸੀ ਹੈ ਜਾਂ ਪਾਕਿਸਤਾਨ ਦੀ ਇਨਵੋਲਵਮੈਂਟ ਹੈ ਇਹ ਸਿੱਖਾਂ ਦੇ ਕੇਸ 'ਚ ਜਾਂ ਦਰਬਾਰ ਸਾਹਿਬ ਦੇ ਜਾਂ ਭਿੰਡਰਾਂ ਵਾਲੇ ਦੇ ਕੇਸ ਦੇ ਵਿੱਚ, ਉਹ ਕਿੰਨੀ ਕੁ ਹੈ। ਕਹਿੰਦਾ ਮੈਨੂੰ ਕੋਈ ਪ੍ਰੂਫ ਨਹੀਂ ਮਿਲਿਆ ਕਿਸੇ ਲੈਵਲ ਤੇ, ਮੈਂ ਬੜੀ ਐਫਰਟਸ ਕੀਤੀ ਹੈ। ਤੇ ਉਹ ਬੜੇ ਅਫਸੋਸ ਨਾਲ ਕਹਿੰਦਾ ਵੀ ਮੈਂ ਇੰਦਰਾ ਗਾਂਧੀ ਨੂੰ ਲਾਸਟ ਮੁਲਾਕਾਤ ਜਿਹੜੀ ਬਲੂ ਸਟਾਰ ਤੋਂ ਪਹਿਲਾਂ ਮੇਰੀ ਹੁੰਦੀ ਹੈ, ਉਹਦੇ ਵਿੱਚ ਮੈਨੂੰ ਪਤਾ ਲੱਗ ਗਿਆ ਸੀ ਵੀ ਇਹ ਸਾਰਾ ਖੜਾ ਕੀਤਾ ਜਾ ਰਿਹਾ, ਤੇ ਬੜੇ ਅਫਸੋਸ 'ਚ ਲਿਖਦਾ ਵੀ ਇਹ ਸੁੱਖ ਰਹੇ ਦੇਸ਼ ਦਾ ਜਿਹੜਾ ਤਰੀਕਾ ਹੁਣ ਜਿਹੜਾ ਪੋਲੀਟਿਕਸ ਆਪਣਾ ਪੋਲੀਟਿਕਸ ਵਾਲਾ ਇੰਦਰਾ ਗਾਂਧੀ ਦਾ ਜਿਹੜਾ ਤਰੀਕਾ ਵਰਤਿਆ ਜਾ ਰਿਹਾ। ਇਸ ਕਰਕੇ ਜਿਹੜੀ ਬਰਾੜ ਕੋਲੇ ਜਾਣ ਪਛਾਣ ਹੈ, ਸਾਰੀ ਉਹਦੇ ਕੋਲ ਇਨਫੋਰਮੇਸ਼ਨ ਆ, ਬੜੀ ਆਊਟਡੇਟਡ ਇਨਫੋਰਮੇਸ਼ਨ ਹੈ, ਬੜੀ ਪਿੱਛੇ ਉੱਥੇ ਹੀ ਖੜਾ ਜਿਹੜਾ 38 ਸਾਲ ਪਹਿਲਾਂ ਉਹਨੇ ਪਹਿਲੀ ਆਪਦੀ ਕਿਤਾਬ 'ਚ ਲਿਖਿਆ ਸੀ, ਉੱਥੇ ਹੀ ਸਾਰੀ ਗੱਲਬਾਤ ਹੈ। ਇਹ ਸਾਰੀ ਗੱਲ ਬਹੁਤ ਸੋਹਣੇ ਤਰੀਕੇ ਨਾਲ ਇਹ ਤਿੰਨਾਂ ਕਿਤਾਬਾਂ ਨੇ ਐਕਸਪਲੇਨ ਕਰ ਦਿੱਤੀ ਹੈ। ਤੇ ਇਹਦੇ ਵਿੱਚ ਰਮੇਸ਼ਿੰਦਰ ਦੀ ਕਿਤਾਬ, GBS ਸਿੱਧੂ ਦੀ ਕਿਤਾਬ ਤੇ BD ਪਾਂਡੇ ਦੀ, ਇਹਨਾਂ ਨੇ ਜਿੰਨਾ ਸਾਡੇ ਜਿਹੜਾ ਸੀਗਾ ਇਸ ਕਿਸਮ ਦਾ ਡਾਰਕਨੈਸ ਸੀ, ਕਈ ਗੱਲਾਂ ਦੇ ਭੁਲੇਖੇ ਸੀ, ਉਹ ਆਪਣੇ ਆਪ ਵਿੱਚ ਕੱਢ ਦਿੱਤੇ ਗਏ ਆ। ਇਸ ਕਰਕੇ ਜਿਹੜਾ ਸਾਨੂੰ ਇਹ ਕਹਿਣਾ ਕਿ ਆ ਜਿਹੜਾ ਬਰਾੜ ਦੀ, ਉਹ ਐਂ ਲੱਗਦਾ ਬਰਾੜ ਦਾ ਬਿਲਕੁਲ ਕੋਈ ਉਸ ਗੱਲ ਤੋਂ ਕਰਨ ਤੋਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਕਿਸੇ ਗੱਲ ਦਾ, ਜਾਂ ਜਿਹੜੀ ਕਿਤਾਬ ਦੇ ਦਿਨਾਂ 'ਚ ਲਿਖਿਆ ਸੀ ਉੱਥੋਂ ਉਸ ਨੈਰੇਟਿਵ ਤੇ ਹੀ ਖੜਾ, ਉਹ ਨੈਰੇਟਿਵ ਦਾ ਕਦੋਂ ਦਾ ਟੁੱਟ ਚੁੱਕਿਆ। ਬੜੀਆਂ ਕਿਤਾਬਾਂ ਆ ਚੁੱਕੀਆਂ, ਪਰ 3 ਕਿਤਾਬਾਂ ਸਾਡੀਆਂ ਬੜੀਆਂ ਇੰਪੋਰਟੈਂਟ ਹੈ। ਚੀਫ ਸੈਕਟਰੀ ਦੀ ਇੱਕ, ਉਸ ਮੌਕੇ ਦੇ ਗਵਰਨਰ ਦੀ, ਤੀਜੀ ਰਾਹ ਦੇ ਚੀਫ ਦੀ, GBS ਸਿੱਧੂ ਦੀ। ਹਾਂਜੀ ਜੀ, ਸਰਦਾਰ ਹਮੀਰ ਸਿੰਘ ਜੀ, ਜਿਵੇਂ ਸਿੱਧੂ ਸਾਹਿਬ ਜ਼ਿਕਰ ਕਰ ਰਹੇ ਆ, ਮੈਨੂੰ ਯਾਦ ਹੈ ਅਸੀਂ ਰਿਵਿਊ ਕੀਤਾ, ਅਸੀਂ ਉਸ ਕਿਤਾਬ ਦੇ ਬਾਰੇ 'ਚ ਇੱਕ ਪੂਰੀ ਜਾਣਕਾਰੀ ਵਿਸਥਾਰਤ ਦਿੱਤੀ ਸੀ। ਸਰਦਾਰ ਤਰਲੋਚਨ ਸਿੰਘ ਨੇ ਉਹਨੂੰ ਥੋਰੋਲੀ ਪੜ੍ਹਿਆ ਸੀ, ਮੈਂ ਹੀ ਉਹਨਾਂ ਨੂੰ ਰਿਕੁਐਸਟ ਕੀਤੀ ਸੀਗੀ। BD ਪਾਂਡੇ ਕਿਤਾਬ ਲਿਖਣ ਤੋਂ ਬਾਅਦ ਆਪਣੀ ਵਸੀਅਤ ਲਿਖਦੇ ਆ ਕਿ ਮੇਰੇ ਮਰਨ ਤੋਂ ਬਾਅਦ ਇਹਨੂੰ ਜਾਰੀ ਕੀਤਾ ਜਾਵੇ, ਤੇ ਉਹਦੇ ਵਿੱਚ ਮੇਰੇ ਖਿਆਲ ਹੁਣ ਤੱਕ ਦੇ ਜਿਹੜੇ ਸਭ ਤੋਂ ਪੁਖਤਾ ਤੱਥ ਪ੍ਰਕਾਸ਼ਿਤ ਹੋਏ ਆ, ਹੁਣ ਤੱਕ ਦੀਆਂ ਜਿੰਨੀਆਂ ਵੀ ਕਿਤਾਬਾਂ ਜਿਨ੍ਹਾਂ ਨੂੰ ਮੈਂ ਪੜ੍ਹ ਸਕਿਆ, ਉਹਦੇ ਵਿੱਚੋਂ ਉਹ ਪੜ੍ਹਨ ਤੋਂ ਬਾਅਦ ਕਈ ਚੀਜ਼ਾਂ ਤੁਹਾਨੂੰ ਫਿਰ ਕਲੀਅਰ ਹੁੰਦੀਆਂ ਨੇ। ਇੱਕ ਵਾਰੀ ਫਿਰ ਤੁਹਾਨੂੰ ਲੱਗਦਾ ਹੈ ਕਿ ਇਹਦੇ ਉੱਤੇ, ਜਿਵੇਂ ਸਰਦਾਰ ਜਗਤਾਰ ਸਿੰਘ ਹੋਰਾਂ ਕਿਹਾ ਕਿ ਇੱਕ ਵਾਰੀ ਕੋਈ ਸੁਪਰੀਮ ਕੋਰਟ ਦੇ ਜੱਜ ਦੇ ਅਧੀਨ, ਜਾਂ ਇੱਕ ਵਾਰੀ ਫਿਰ ਇਹ ਤੱਥ ਲੱਭੇ ਜਾਣੇ ਚਾਹੀਦੇ ਆ, ਜੇ ਲੱਭ ਤਾਂ ਹੋਣੀਆਂ ਨੇ। ਬਾਕੀ ਸਰਦਾਰ ਹਮੀਰ ਸਿੰਘ ਜੀ, ਸਾਰੀ ਗੱਲਬਾਤ ਨੂੰ ਹੁਣ ਜਿੱਥੇ ਤੱਕ ਆ ਗਈ ਹੈ, ਇਸ ਇੰਟਰਵਿਊ ਦੇ ਲਿਹਾਜ਼ ਨਾਲ ਤੁਸੀਂ ਇਹਨੂੰ ਬੜਾ ਨੀਝ ਲਾ ਕੇ ਸੁਣਿਆ, ਤੁਹਾਡੇ ਕੋਲ ਬੜੇ ਕੋਣ ਹੋਣਗੇ ਤੇ ਹੁਣ ਤੁਸੀਂ ਇਹਨੂੰ ਜ਼ੁਬਾਨ ਦਿਓ ਜ਼ਰਾ ਕਿ ਇਸ ਵੇਲੇ ਕੀ ਕਾਰਨ ਹੈ ਕਿ ਕੁਲਦੀਪ ਸਿੰਘ ਬਰਾੜ ਕੈਮਰੇ ਤੇ ਆ ਕੇ ਖਾਲਿਸਤਾਨ ਦੀ ਗੱਲ ਕਰ ਰਿਹਾ, ਔਰ ਉਹ ਕਹਿ ਰਿਹਾ ਕਿ ਵਿਦੇਸ਼ਾਂ ਦੇ ਵਿੱਚ ਇਹ ਸਰਗਰਮੀ ਸਿਖਰ ਤੇ ਆ, ਇਹ ਸਰਗਰਮੀ ਹੋ ਰਹੀ ਆ, ਇੱਕ ਸਵਾਲ ਦੇ ਜਵਾਬ 'ਚ ਕਹਿੰਦੇ ਆ। ਤੇ ਦੂਜੇ ਬੰਨੇ ਉਹ ਅਹਿਮ ਗੱਲ ਕਰਦੇ ਆ ਕਿ ਭਿੰਡਰਾਂਵਾਲਾ ਨੂੰ ਪੈਦਾ ਕੀਤਾ ਇੰਦਰਾ ਗਾਂਧੀ ਨੇ ਤੇ ਬਾਅਦ ਦੇ ਵਿੱਚ ਉਹਨੂੰ ਖਤਮ ਕੀਤਾ। ਕੀ ਕਹਿੰਦੇ? ਅਸਲ ਦੇ ਵਿੱਚ ਇਹ ਜਿਹੜਾ ਡਿਸਕੋਰਸ ਹੈ ਜਾਂ ਵਰਤਾਂਤ ਫੈਲਾਉਣ ਦੀ ਗੱਲ ਹੈ, ਉਹ ਜਿਹੜੇ ਡਿਸਕ੍ਰਿਮੀਨੇਸ਼ਨ ਜਿੰਨੇ ਓਵਰਆਲ ਚੱਲ ਰਹੇ, ਜਿਹੜੇ 47 ਦੀਆਂ ਪ੍ਰੋਬਲਮ ਜਿਸ ਖੜੀਆਂ ਸੀ, ਉਹਨੂੰ ਬਾਈਪਾਸ ਕਰਨ ਦਾ ਤਰੀਕਾ ਹੈ। ਜਿਵੇਂ ਅਸੀਂ ਕਹਿ ਰਹੇ ਨਾ ਵੀ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ, ਜਿਹਨੂੰ ਮਰਜ਼ੀ ਫੜ ਕੇ ਖੜਾ ਕਰ ਦੋ, ਜਿਹਨੂੰ ਮਰਜ਼ੀ ਫੜ ਕੇ ਤੁਸੀਂ ਪਿੱਛੇ ਹਟਾ ਲਓ। ਇਹ ਬੜਾ ਸਰਲੀਕਰਨ ਹੁੰਦਾ ਮੇਰੇ ਖਿਆਲ ਹੈ, ਸਧਾਰਨੀਕਰਨ ਕਿਸੇ ਵੀ ਪ੍ਰੋਬਲਮ ਨੂੰ ਦੇਖਣ ਦੇ ਲਈ, ਜੇਕਰ ਇਹ ਤਰੀਕਾ ਕਰਨਾ ਹੋਵੇ। ਔਰ ਜੇਕਰ ਇਹ ਗੱਲ ਸੀ ਕੱਲੀ ਕਿ ਉੱਥੇ ਭਿੰਡਰਾਂਵਾਲੇ ਸੀ, ਉੱਥੋਂ ਤਾਂ ਉਹ ਮਤਲਬ ਐਲਾਨ ਹੋਣਾ ਸੀ ਜੀ, ਉੱਥੇ ਪਤਾ ਨਹੀਂ ਕੀ ਹੋ ਜਾਣਾ ਸੀ, ਤਾਂ ਬਾਕੀ ਦੇ ਦਰਜਨਾਂ ਗੁਰਦੁਆਰਿਆਂ 'ਚ ਕੌਣ ਸੀਗਾ ਔਰ ਬਾਕੀ ਦੀਆਂ ਜਗ੍ਹਾ ਕੀ ਨੇ? ਔਰ ਇਹ ਵੀ ਇੱਕ ਵਰਤਾਂਤ ਲਗਾਤਾਰ ਚੱਲਦਾ ਕਿ ਇਹ ਕੋਈ ਬਲੂ ਸਟਾਰ ਤੱਕ ਕਹਾਣੀ ਤੁਰੰਤ ਨਹੀਂ ਪਹੁੰਚ ਗਈ, ਉਹਦੇ ਪਿੱਛੇ ਇੱਕ ਪੋਲੀਟੀਕਲ ਡਿਜ਼ਾਈਨ ਹੈ। ਪੋਲੀਟੀਕਲ ਡਿਜ਼ਾਈਨ ਦਾ ਮਤਲਬ ਇਹ ਨਹੀਂ ਹੁੰਦਾ ਕੱਲਾ ਕਿ ਅਕਾਲੀ ਦਲ ਨੇ ਨਾਲ ਉਹਨੇ ਕੁਝ ਕਰਨਾ ਸੀ, ਮੇਰੇ ਖਿਆਲ ਹੈ ਉਹਨੇ ਦੇਸ਼ ਦੇ ਵਿੱਚ ਕਿਵੇਂ ਸਿਸਟਮ ਦੇ ਵਿੱਚ ਕੀ ਕਰਨਾ। ਹੁਣ ਜਿਵੇਂ ਨਰਿੰਦਰ ਮੋਦੀ ਦਾ ਸਿਸਟਮ, ਜੇ ਆਪਾਂ ਗੱਲ ਕਹੀਏ ਕਿ ਕੱਲੇ ਮੁਸਲਮਾਨ ਦਾ ਕੁਐਸਚਨ ਨਹੀਂ ਜਾਂ ਕੱਲਾ ਨਹੀਂ, ਉਹਦਾ ਇੱਕ ਟਾਰਗੇਟ ਹੈ ਹਿੰਦੂਤਵੀ ਪੋਲਿਟਿਕਸ ਦਾ। ਕਾਂਗਰਸ ਸੈਕੂਲਰ ਇਮੇਜ ਦੀ ਬਜਾਏ ਸੌਫਟ ਹਿੰਦੂਤਵ ਦਾ ਇਮੇਜ ਲੈ ਕੇ ਲਗਾਤਾਰ ਚੱਲੀ ਹੈ, ਔਰ ਲਗਾਤਾਰ ਚੱਲਦੀ ਹੋਈ। ਜਦੋਂ ਗਰੀਬੀ ਹਟਾਓ ਦੇ ਨਾਰੇ, ਸਾਰੇ ਨਾਰੇ ਬੰਦ ਹੋ ਗਏ, ਨਹੀਂ ਉਹਦਾ ਕੋਈ ਬਹੁਤ ਚੀਜ਼ਾਂ ਚੱਲੀਆਂ, ਤਾਂ ਇੱਕ ਪਲਾਨ ਚੱਲੀ ਆ ਉਦੋਂ ਤੋਂ ਲੈ ਕੇ 76 ਦੇ ਵਿੱਚ ਐਮਰਜੈਂਸੀ ਦੌਰਾਨ ਪਾਣੀਆਂ ਦਾ ਅਵਾਰਡ ਕਰਨਾ, ਫਿਰ 81 ਦਾ ਸਮਝੌਤਾ, ਫਿਰ ਬਾਕੀ ਦੇ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ, ਉਹ ਚੀਜ਼ਾਂ ਲਗਾਤਾਰ ਚੱਲੀਆਂ ਨੇ। ਬਿਲਕੁਲ ਉਹਦੇ 'ਚ ਨਾਰਾਜ਼ਗੀ ਸੀ। ਇੱਕ ਗੱਲ ਕੀਤੀ, ਕੋਈ ਪੈਦਾ ਨਹੀਂ ਹੈ ਹੁੰਦਾ ਤੇ ਨਾ ਉਹ ਕੀਤਾ ਜਾਂਦਾ, ਪਰ ਹਾਲਾਤ ਪੈਦਾ ਜ਼ਰੂਰ ਹੁੰਦੇ ਨੇ, ਜਿਹੜੇ ਹਾਲਾਤਾਂ 'ਚ ਕੋਈ ਚੀਜ਼ ਅਮਰਜ ਹੋ ਜਾਂਦੀ ਹੈ। ਜਿਹੜਾ ਅਕਾਲੀ ਦਲ ਜਦੋਂ ਪੀਸਫੁਲ ਮੋਰਚਾ ਲੱਗਿਆ ਸੀ, ਉਹ ਕੋਪਰਹੀੜ ਦੇ ਵਿੱਚ ਜਦੋਂ ਲਾਠੀ ਚਾਰਜ ਹੁੰਦਾ, ਗੋਲੀ ਵੀ ਚੱਲਦੀ ਹੈ, ਤੇ ਪੀਸਫੁਲ ਨੂੰ ਤੁਸੀਂ ਗੱਲ ਨਾ ਸੁਣੋ, ਪੀਸਫੁਲ ਤਰੀਕੇ ਦੇ ਨਾਲ ਕੋਈ ਮਾਮਲਾ ਹੱਲ ਕਰਨ ਵਾਲੇ ਪਾਸੇ ਵਧੋ ਨਾ,
ਤਾਂ ਇੱਕ ਇਸ ਲੈਵਲ ਦੀ ਨਿਰਾਸ਼ਤਾ ਨਿਕਲਦੀ ਹੈ ਫਿਰ ਉਸ ਮਾਮਲੇ ਦੇ ਵਿੱਚੋਂ, ਜਦੋਂ 82 ਆਇਆ ਏਸ਼ੀਅਨ ਗੇਮ ਜਾਈਆਂ ਔਰ 82 ਦੇ ਵਿੱਚ ਭਜਨ ਲਾਲ ਨੇ ਸਿੱਖਾਂ ਦੀਆਂ ਪੱਗਾਂ ਲਾਈਆਂ, ਹਰਿਆਣੇ ਦੇ ਵਿੱਚ ਕਿਸੇ ਨੂੰ ਦਿੱਲੀ ਨਹੀਂ ਜਾਣ ਦੇਣਾ, ਤੇ ਉਦੋਂ ਬਾਅਦ ਇੱਕ ਇਕੱਠ ਦਰਬਾਰ ਸਾਹਿਬ ਹੁੰਦਾ 5000 ਬੰਦੇ ਦਾ, ਜਿਹੜਾ ਐਕਸ ਸਰਵਿਸਮੈਨ ਹੈ ਸਾਰਾ, ਕਿ ਇਸ ਦੇਸ਼ 'ਚ ਜਦੋਂ ਅਸੀਂ ਇਸ ਲੈਵਲ ਦੀ ਸੈਕਰੀਫਾਈਸ ਕਰਦੇ ਆ, ਤਿਆਗ ਕਰਦੇ ਆ, ਕੁਰਬਾਨੀ ਕਰਦੇ ਆ, ਇਹਦੇ ਬਾਵਜੂਦ ਸਾਡੀਆਂ ਪੱਗਾਂ ਰੁੜਨਗੀਆਂ, ਤਾਂ ਅਸੀਂ ਕੀ ਕਰਾਂਗੇ ਉਸ ਮਾਮਲੇ 'ਚ। ਇਹ ਹਾਲਾਤ ਨੇ ਜਿਹੜੇ ਉਧਰ ਨੂੰ ਧੱਕੇ ਜਾਂਦੇ ਨੇ, ਹਾਲਾਤ ਪੈਦਾ ਕਰਨ 'ਚ ਤਾਂ ਲੀਡਰਸ਼ਿਪ ਦਾ ਰੋਲ ਹੈ। ਬੰਦਾ ਇੰਡੀਵਿਜੂਅਲ ਉਵੇਂ ਡਿਵੈਲਪ ਹੁੰਦਾ ਨਹੀਂ ਹੁੰਦਾ, ਉਹ ਇੱਕ ਅਲੱਗ ਗੱਲ ਹੈ, ਪਰ ਇੱਕ ਹਾਲਾਤ ਉਸ ਲੈਵਲ ਦੇ ਪੈਦਾ ਕੀਤੇ ਗਏ। ਜਿਵੇਂ ਨੈਗੋਸ਼ੀਏਸ਼ਨ 'ਚ ਵੀ ਗੱਲ ਹੋ ਰਹੀਆਂ ਨੇ, ਜਿਵੇਂ ਸਰਦਾਰ ਜਗਤਾਰ ਸਿੰਘ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨਾਲ ਵੀ ਕਈ ਵਾਰ ਗੱਲ ਮੁੱਕਣ ਦੇ ਨੇੜੇ ਸੀ, ਬਾਅਦ ਚ ਆ ਕੇ ਕਿਉਂ ਪਿੱਛੇ ਹਟਦੇ ਰਹੇ, ਕਿ ਇੰਦਰਾ ਗਾਂਧੀ ਨੇ ਕਿਹਾ ਨਹੀਂ ਜੀ ਮੈਡਮ ਨਹੀਂ ਮੰਨਦੇ, ਉਹ ਬੰਦਾ ਆ ਕੇ ਕਹਿ ਦੂਗਾ ਉਸੇ ਲਿਹਾਜ਼ ਦੇ ਨਾਲ। ਉਹੀ ਗੱਲ ਇਸ ਦਰਬਾਰ ਸਾਹਿਬ ਤੇ ਹਮਲੇ ਬਾਰੇ ਹੈ ਕਿ ਜਿਹੜੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਨੇੜੇ ਜਾ ਕੇ ਮੈਡਮ ਮੁੱਕਰਦੀ ਰਹੀ। ਮੈਨੂੰ ਇਹ ਲੱਗਦਾ ਕਿ ਸਾਰੇ ਮੋਹਰੇ ਨੇ ਬਾਕੀ ਦੇ ਲੋਕ, ਤੇ ਉਹ ਜਿਹੜੀ ਸਟ੍ਰੈਟਜੀ ਦਾ ਹਿੱਸਾ ਸੀ, ਇੱਕ ਪਲਾਨਿੰਗ ਦਾ ਹਿੱਸਾ ਸੀ ਕਿੱਥੇ ਤੱਕ ਲਿਜਾਣਾ ਹੈ, ਉਹ ਪੋਲੀਟੀਕਲ ਸਟ੍ਰੈਟਜੀ ਆਪਣੇ ਆਪ ਸੀ। ਔਰ ਨਾ ਸਾਡੇ ਕੋਲ ਉਸ ਲੈਵਲ ਦਾ ਜਨਰਲ ਉਸ ਲੈਵਲ ਤੇ ਸੀ, ਨਾ ਪੋਲੀਟੀਕਲ ਬੰਦੇ। ਤੁਸੀਂ ਦੇਖੋ ਕਿ 71 ਦੀ ਜੰਗ ਲੱਗਣੀ ਸੀ, 71 ਦੀ ਜੰਗ ਵੇਲੇ ਜਨਰਲ ਮਾਨਕ ਸਾਹਿਬ ਨੂੰ ਬਣਾਉਂਦੀ ਹੈ ਇੰਦਰਾ ਗਾਂਧੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਕਿ ਜਾਓ ਪਾਕਿਸਤਾਨ ਤੇ ਅਟੈਕ ਕਰੋ। ਜਨਰਲ ਮਾਨਕ ਸਾਹਿਬ ਸਾਰੇ ਤੱਥ ਦਿੰਦਾ ਕਿ ਨਹੀਂ ਮੈਂ ਆਹ ਚੀਜ਼ਾਂ ਨੇ, ਉੱਥੋਂ ਕਿਸ ਢੰਗ ਨਾਲ ਕਿਹੜਾ ਮਾਹੌਲ ਹੈ, ਕਿਹੜਾ ਮੌਸਮ ਹੈ, ਕਿਹੜੇ ਮੌਸਮ 'ਚ ਕੀ ਹੁੰਦਾ ਹੈ, ਕਿੱਥੇ ਅਸੀਂ ਇਹ ਚੀਜ਼ ਨਹੀਂ ਕਰ ਸਕਦੇ, ਕਿਸ ਤਰੀਕੇ ਨਾਲ ਨਹੀਂ ਚੱਲ ਸਕਦਾ ਉਸ ਲੈਵਲ ਤੇ ਕੰਮ, ਤੇ ਮੈਂ ਅੱਜ ਤਿਆਰ ਨਹੀਂ ਹਾਂ। ਫਿਰ ਵੀ ਤੁਸੀਂ ਕਹੋਗੇ ਤਾਂ ਅਲੱਗ ਹੈ। ਤਾਂ ਉਦੋਂ ਬਾਅਦ ਦੁਬਾਰਾ ਕੈਬਨਿਟ ਹੁੰਦੀ ਹੈ, ਦੁਬਾਰਾ ਕੈਬਨਿਟ ਤੋਂ ਬਾਅਦ ਫਿਰ ਇੰਦਰਾ ਗਾਂਧੀ ਕਹਿੰਦੀ ਹੈ ਹੁਣ ਦੱਸੋ, ਤਾਂ ਦਸੰਬਰ ਤੱਕ ਟਾਲਦੀ ਹੈ ਇੱਕ ਜਨਰਲ ਦੀ ਐਡਵਾਈਸ ਤੇ ਉਹੀ ਇੰਦਰਾ ਗਾਂਧੀ। ਤਾਂ ਜਿਹੜੇ ਜਨਰਲ ਬਰਾੜ ਵਰਗੇ ਬੰਦੇ ਸੀ, ਮੰਨ ਲਓ ਜਨਰਲ ਸੁੰਦਰ ਜੀ ਨੂੰ ਨਹੀਂ ਪਤਾ ਸਿੱਖ ਮਜਾਜ ਦਾ, ਸਿੱਖ ਸੈਂਟੀਮੈਂਟ ਦਾ, ਸਿੱਖ ਹਿਸਟਰੀ ਦਾ, ਕਿਸੇ ਹੋਰ ਨਾਨ ਸਿੱਖ ਨੂੰ ਨਹੀਂ ਪਤਾ, ਤਾਂ ਇਹਨਾਂ ਬੰਦਿਆਂ 'ਚ ਆਪਣੇ ਬੰਦਿਆਂ ਨੂੰ ਗੱਲ ਕਰਨ ਦੀ, ਗੱਲ ਤੱਥ ਰੀਅਲੀ ਰੱਖਣ ਦੀ, ਤੁਹਾਡੀ ਕੋਈ ਮੰਨੇ ਨਾ ਮੰਨੇ, ਕੋਈ ਇਹ ਤਾਂ ਕਹਿ ਸਕਦਾ ਨਾ ਜੇ ਐਡੇ ਜੋਗੇ ਬੰਦੇ ਨੇ ਕਿ ਮੈਂ ਜਾਣਦਾ, ਜਿਵੇਂ ਜਨਰਲ ਬਰਾੜ ਅੱਜ ਇੰਟਰਵਿਊ 'ਚ ਕਹਿ ਰਿਹਾ ਨਾ, ਮੈਨੂੰ ਪਤਾ ਸੀ ਉਹ ਜੱਟ ਸਿੱਖ ਹੈ ਭਿੰਡਰਾਂਵਾਲਾ, ਮੈਨੂੰ ਪਤਾ ਸੁਵੇਗ ਸਿੰਘ ਆ ਜਿਵੇਂ ਮੈਂ ਆ, ਅਸੀਂ ਲੜਨੋਂ ਪਿੱਛੇ ਨਹੀਂ ਹਟਦੇ। ਦੂਜੇ ਪਾਸੇ ਉਹੀ ਜਨਰਲ ਬਰਾੜ ਕਹਿੰਦਾ ਹੈ ਉਹਨਾਂ ਮੀਟਿੰਗਾਂ ਦੇ ਵਿੱਚ, ਜਿਹੜੇ ਕਿਤਾਬਾਂ 'ਚ ਬਾਰ-ਬਾਰ ਲੋਕਾਂ ਨੇ ਲਿਖਿਆ ਕਿ ਦੇਖਿਓ ਤਾਂ ਸਹੀ, ਜਦੋਂ ਮਿਲਟਰੀ ਜਾਂਦੀ ਹੈ ਬੜੇ ਬੜਿਆਂ ਦਾ ਜਿਹੜਾ ਸਾਬ ਨਿਕਲ ਜਾਂਦਾ, ਭਰ ਕੇ ਬਾਹਰ ਆ ਜਾਣਗੇ, ਕੋਈ ਮਤਲਬ ਨਹੀਂ ਬਚਦਾ, ਉਹ ਐਰੋਗੈਂਸ ਹੈ। ਉਸੇ 'ਚ ਜਦੋਂ ਇਹ ਕਹਿੰਦੇ ਨੇ ਕਿ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਰ.ਆਈ. ਸਿੰਘ ਦੀ ਕਿਤਾਬ ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਗਿਆ, ਤਾਂ ਉਹਨਾਂ ਨੇ ਗੌਰੀਓ ਦੀ ਕੋਸ਼ਿਸ਼ ਸਿਵਲ ਪ੍ਰਸ਼ਾਸਨ ਨੂੰ, ਉਹ ਕਹਿੰਦੇ ਜਾਓ, ਕਿਉਂਕਿ ਹੰਕਾਰ ਤੁਹਾਡੇ 'ਚ ਇਸ ਲੈਵਲ ਦਾ ਇੱਕ ਆਉਂਦਾ ਹੈ। ਤੁਸੀਂ ਕਹਿੰਦੇ ਅਸੀਂ ਡਿਸਪਲਿਨ ਸੋਲਜੀਅਰ, ਡਿਸਪਲਿਨ ਹੈਗੇ ਹੋ, ਪਰ ਇੱਕ ਅਕਲ ਦਾ ਕੰਮ ਵੀ ਹੁੰਦਾ ਨਾਲ, ਉਹ ਤਹਿਤ ਕੰਮ ਕਰਨਾ ਹੁੰਦਾ, ਉਹ 'ਚ ਸੁਝਾਅ ਵੀ ਦੇਣਾ ਤੁਹਾਡੀ ਇੱਕ ਜ਼ਿੰਮੇਵਾਰੀ ਉਸ ਪੱਧਰ ਦੇ ਉੱਤੇ ਬਣ ਜਾਂਦੀ ਹੈ। ਜਿਹੜਾ ਸਵਾਲ ਉਸ ਪੱਧਰ ਦੇ ਉੱਤੇ ਇਦੋਂ ਬਿਨਾਂ ਮਤਲਬ ਇਹ ਆਉਂਦਾ ਕਿ ਪਾਕਿਸਤਾਨ ਵਾਲਾ, ਹੁਣ ਤਾਂ ਉਹ ਕੱਲਾ ਅਧਿਕਾਰੀਆਂ ਦੇ ਪੱਖ ਤੋਂ ਛੱਡੋ, ਉਹ ਤਾਂ ਖਾਲਿਸਤਾਨ ਮੂਵਮੈਂਟ ਵਾਲੇ ਪੱਖ ਤੋਂ ਜਿਹੜੇ ਬੰਦੇ ਇਨਵੋਲਵ ਨੇ ਉਹ ਵੀ ਸਾਬਤ ਕਰਦੇ ਨੇ ਕਿ ਕੁਝ ਵੀ ਪਾਕਿਸਤਾਨ ਨਾਲ ਇਹੋ ਜਿਹਾ ਨਹੀਂ ਸੀ। ਪਾਕਿਸਤਾਨ ਨੇ ਕਦੇ ਇਸ ਲੈਵਲ ਦਾ ਐਡੇ ਲੈਵਲ ਤੇ ਸਪੋਰਟ ਕਰਨ ਦਾ ਕਦੇ ਸੋਚਿਆ ਹੀ ਨਹੀਂ। ਮਤਲਬ ਦੋਨੋਂ ਸਾਈਡਾਂ ਉਹਨੂੰ ਤਾਂ ਸਾਬਤ ਕਰਦੀਆਂ ਨੇ ਕਿ ਗਲਤ ਬਿਆਨੀ ਹੈ, ਕੱਲੀ ਇੱਕ ਗੱਲ ਨਹੀਂ ਸਾਬਤ ਕਰਦੀ। ਇਸ ਕਰਕੇ ਜਿਹੜੀਆਂ ਗੱਲਾਂ ਨੂੰ ਚਲਾਉਂਦੇ ਜਾਂਦੇ ਆ, ਔਰ ਇਹਦੇ ਪਿੱਛੇ ਇੱਕ ਪੋਲੀਟੀਕਲ ਸੈਟਅਪ ਹੈ ਜਿਹੜਾ ਉਸ ਲੈਵਲ ਤੇ ਚੱਲਿਆ, ਔਰ ਉਹਦੇ ਤੇ ਵੋਟਾਂ ਮਿਲੀਆਂ ਵੀ, ਇੱਕ ਪੋਲਰਾਈਜੇਸ਼ਨ ਹੋਈ। ਇੰਦਰਾ ਗਾਂਧੀ ਤੋਂ ਬਾਅਦ ਰਾਜੀਵ ਗਾਂਧੀ ਨੂੰ ਇੰਨੀਆਂ ਵੋਟਾਂ ਮਿਲੀਆਂ, ਔਰ ਕਿੰਨੀਆਂ ਹੀ ਕਿਤਾਬਾਂ ਦਾ ਉਹ ਜਿਹੜਾ ਮੰਚ ਹੈ ਜਿੱਧਰ ਨੂੰ ਜਾ ਰਹੀਆਂ ਨੇ, ਉਹ ਸਟੈਪ ਬਾਏ ਸਟੈਪ ਵੱਖ-ਵੱਖ ਢਲਾਵਾਂ, ਵੱਖ-ਵੱਖ ਫੈਸਲੇ, ਵੱਖ-ਵੱਖ ਫੈਸਲਿਆਂ ਤੋਂ ਮੁਕਰਨਾ, ਉਹ ਉੱਥੇ ਤੱਕ ਹਾਲਾਤ ਲਿਜਾਂਦੇ ਨੇ ਜੀ। ਉਹਨਾਂ ਹਾਲਾਤਾਂ ਦੇ ਵਿੱਚ ਜਾ ਕੇ ਇਹ ਫਿਰ ਗੱਲ ਹੁੰਦੀ ਹੈ, ਔਰ ਇਸੇ ਕਰਕੇ ਇਹ ਹੈ ਕਿ ਉਹਦੇ ਚ ਰੋਲ ਵੀਕਨੈਸ ਸਾਡੀ ਲੀਡਰਸ਼ਿਪ ਦੀ ਵੀ ਹੈ ਹੀ ਹੈ, ਅਕਾਲੀ ਲੀਡਰਸ਼ਿਪ ਹੋਵੇ ਜਾਂ ਬਾਕੀ ਦੇ, ਕਿਉਂਕਿ ਜਦੋਂ ਤੁਸੀਂ ਕਿਸ ਢੰਗ ਨਾਲ ਟੈਕਲ ਕਰਨਾ ਉਸ ਮਾਮਲੇ ਨੂੰ। ਪਰ ਜਨਰਲ ਬਰਾੜ ਜਿਸ ਲੈਵਲ ਤੇ ਇੱਕ ਗੱਲ ਇਸੇ ਇੰਟਰਵਿਊ ਚ ਕਰਦਾ, ਤੁਸੀਂ ਦੇਖੋ ਕਿ ਇਹਦਾ ਮਤਲਬ ਜਨਰਲ ਬਰਾੜ ਨੂੰ ਪਹਿਲਾਂ ਨਹੀਂ ਪਤਾ ਸੀ ਇਸ ਸੈਂਟੀਮੈਂਟ ਦਾ, ਕਿ ਉਹਦੇ ਮਾਮੇ ਨੇ ਵੀ ਉਹਨੂੰ ਇਸ ਧਮਕੀ ਦਿੱਤੀ ਸੀ ਵੀ ਤੈਨੂੰ ਮੈਂ ਸੋਧੂਗਾ, ਮਾਰੂਗਾ। ਲਾਸਟ ਦੇ ਵਿੱਚ ਲੱਗ ਉਹ ਕਹਿੰਦਾ ਕਿ ਜਦੋਂ ਡੈਥ ਬੈੱਡ ਤੇ ਸੀ ਮੈਂ ਉਦੋਂ ਹੀ ਜਾ ਕੇ ਉਹਨੂੰ ਮਿਲਿਆ। ਤੁਹਾਡੇ ਘਰ ਤੇ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਵੀ ਮਤਲਬ ਇਹਦਾ ਇੰਪੈਕਟ ਕੀ ਪੈ ਸਕਦਾ ਹੈ, ਇਹਦਾ ਮਤਲਬ ਤੁਹਾਨੂੰ ਨਹੀਂ ਸੀ ਸਮਝੇ ਤੋਂ ਪਹਿਲਾਂ ਜੀ। ਬਿਲਕੁਲ ਟੈਕਨੀਕਲ ਮਸ਼ੀਨੀ ਆਦਮੀ ਹੋ, ਜਾਂ ਤੁਹਾਨੂੰ ਦਿਮਾਗੀ ਤੌਰ ਤੇ ਵੀ ਪਤਾ ਕਿ ਹਿਸਟਰੀ ਦੇ ਵਿੱਚ ਕੀ ਹੋ ਸਕਦਾ, ਉਹਦੇ ਚ ਕਿੰਨੀਆਂ ਹੀ ਫਿਰ ਉਦੋਂ ਬਾਅਦ ਕਿੰਨੇ ਅਸਤੀਫੇ ਹੁੰਦੇ ਨੇ, ਕਿੰਨੀਆਂ ਚੀਜ਼ਾਂ ਨੇ, ਔਰ ਮੁੜ ਕੇ ਉਹ ਸਾਰੀ ਰਾਜਨੀਤੀ ਦਾ ਡਿਸਕੋਰਸ ਬਦਲ ਜਾਂਦਾ ਹੈ। ਔਰ ਇਹ ਸਮਝਦਾਰੀ ਕੌਣ ਲਿਆਉਂਦਾ ਵਿੱਚ, ਔਰ ਕਿਹਨੇ ਲਿਆਉਣੀ ਚਾਹੀਦੀ ਸੀ। ਔਰ ਫਿਰ ਇਸੇ ਇੰਟਰਵਿਊ ਚ ਉਹ ਇਹ ਕਹਿ ਰਿਹਾ ਵੀ ਮੈਨੂੰ ਪਤਾ ਸੀ ਉਹ ਵੱਡਾ ਕਰਾਫਟਸਮੈਨ ਹੈ ਜਨਰਲ ਸੁਵੇਗ ਸਿੰਘ, ਤੇ ਪਰ ਅਸੀਂ ਮਿਲਟਰੀ ਬੁਲਾਈ ਤੇ ਉਦੋਂ ਬਾਅਦ ਉਹਨਾਂ ਨੇ ਸਾਡਾ ਟੈਂਕ ਵੀ ਪਹਿਲਾਂ ਹੋ ਗਿਆ, ਬੰਦੇ ਜ਼ਿਆਦਾ ਮਰ ਗਏ, ਫਿਰ ਅਸੀਂ ਦੂਜਾ ਟੈਂਕ ਦੀ ਗੱਲ ਕੀਤੀ,
ਔਰ ਫਿਰ ਇਸ ਢੰਗ ਦੇ ਨਾਲ ਫਿਰ ਆਏ, ਇਹਦਾ ਮਤਲਬ ਤੈਨੂੰ ਮੌਕੇ ਤੇ ਕੁਝ ਨਹੀਂ ਸੀ ਪਤਾ ਫਿਰ। ਜੀ ਜੀ ਐ ਪਤਾ ਲੱਗਿਆ ਬਾਅਦ ਦੇ ਵਿੱਚ, ਪਤਾ ਲੱਗਿਆ ਜਾ ਕੇ ਤੁਹਾਡੀ ਪਲਾਨਿੰਗ ਕੀ ਸੀ। ਤੁਸੀਂ ਆਪਦੀ ਇੰਟਰਵਿਊ 'ਚ ਦੱਸ ਰਹੇ ਹੋ ਕਿ ਉਦੋਂ ਬਾਅਦ ਫਿਰ ਮੈਨੂੰ ਪਤਾ ਲੱਗਿਆ ਗੱਲ ਜ਼ਿਆਦਾ ਪੁਖਤਾ, ਉਹਦੀ ਜ਼ਿਆਦਾ ਕਿਲੇਬੰਦੀ ਕੀਤੀ ਹੋਈ ਹੈ, ਮੈਨੂੰ ਦੁਬਾਰਾ ਲਿਜਾਣਾ ਪਏਗਾ। ਇੱਕ ਗੱਲ ਉਹ ਹੋਰ ਬੋਲ ਰਹੇ ਨੇ ਕਿ ਮੈਂ ਇਹ ਹੁਕਮ ਕੀਤਾ ਸੀ ਕਿ ਜਿੱਧਰੋਂ ਗੋਲੀ ਆ ਰਹੀ ਹੈ ਅਕਾਲ ਤਖਤ ਵੱਲ, ਤੁਸੀਂ ਉਧਰ ਕੋਈ ਗੋਲੀ ਨਹੀਂ ਚਲਾਉਣੀ, ਨਾ ਦਰਬਾਰ ਸਾਹਿਬ। ਮੈਨੂੰ ਇਹ ਵੀ ਝੂਠ ਲੱਗਦਾ ਕਿਉਂਕਿ ਜਿੰਨੀ ਗੋਲੀਆਂ, ਜਿੰਨਾ ਤੋਪਾਂ ਨਾਲ ਉਧਰ ਗਈਆਂ ਨੇ ਗੋਲੀਆਂ, ਉਹ ਸਭ ਦੇ ਸਾਹਮਣੇ ਨੇ। ਉਹ ਗੱਲ 'ਚ ਵੀ ਕੀ ਸੱਚਾਈ ਹੈ ਕਿ ਤੁਸੀਂ ਇਹ ਕਿਹਾ ਹੋਣਾ ਵੀ ਮੈਂ ਇਹ ਕਿਹਾ ਸੀ ਉਧਰ ਗੋਲੀ ਦੀ ਲੜਾਈ ਉਹ ਉੱਥੇ ਹੋ ਰਹੀ ਹੈ ਤਾਂ ਉਧਰ ਗੋਲੀ ਕਿਵੇਂ ਨਹੀਂ ਚਲਾਉਣੀ, ਜਿੱਧਰੋਂ ਗੋਲੀ ਆ ਰਹੀ ਹੈ ਤਾਂ ਉਧਰ ਨੂੰ ਜਾ ਰਹੀ ਹੈ, ਤੁਸੀਂ ਉਹ ਕੀਤਾ। ਔਰ ਸਾਰਾ ਰਿਕਾਰਡ ਤਾਂ ਹੁਣ ਤੁਸੀਂ ਕੱਢ ਬੰਦੇ, ਜਿਹੜਾ ਸਰੋਵਰ ਕਿਵੇਂ ਭਰਿਆ ਬਲੱਡ ਨਾਲ, ਬਾਕੀ ਚੀਜ਼ਾਂ ਕਿਵੇਂ ਹੋਈਆਂ, ਉਹ ਤਾਂ ਲੋਕਾਂ ਦੇ ਜੱਗ ਜਾ ਰਿਹਾ ਨਾ, ਉਸ ਤੋਂ ਬਾਅਦ ਵੀ ਦੇਖੀਆਂ ਜੀ। ਗੱਲਾਂ। ਇੰਨਾ ਸਵਾਲ ਨਹੀਂ ਹੈ ਕਿ ਹੁਣ ਤੁਸੀਂ ਕਹਿ ਕੇ ਉਹਨੂੰ ਕਹੋਗੇ ਮੇਰਾ ਆਰਡਰ ਸ਼ਾਇਦ ਇਹ ਸੀ, ਔਰ ਉਹ ਆਰਡਰ ਮੈਨੂੰ ਲੱਗਦਾ ਕਿ ਆਰਡਰ ਨਹੀਂ ਹੋ ਸਕਦਾ। ਜੇ ਕਿਤੇ ਰਿਟਨ ਹੋਏ ਤਾਂ ਬਿਲਕੁਲ ਜਾਂਚ ਹੋਏ, ਜਾਂਚ ਦੇ ਵਿੱਚ ਸ਼ਾਇਦ ਆ ਜੇ ਕੋਈ ਰਿਟਨ ਤੌਰ ਤੇ ਕੋਈ ਇਹੋ ਜਿਹੇ ਆਰਡਰ ਹੋਏ ਹੋਣ ਜਾਂ ਕਿਸੇ ਟਾਈਪ ਦੇ। ਜੀ, ਕੁਲਦੀਪ ਸਿੰਘ ਬਰਾੜ ਤੇ ਵਿਦੇਸ਼ 'ਚ ਹਮਲਾ ਹੁੰਦਾ ਹੈ, ਜਜ਼ਬਾਤ ਧਰਮਾਂ ਦੇ ਮਾਮਲੇ 'ਚ ਕਦੇ ਵੀ ਬੰਨ ਕੇ ਨਹੀਂ ਰੱਖੇ ਜਾ ਸਕਦੇ ਔਰ ਬੰਨ ਮਾਰੇ ਵੀ ਨਹੀਂ ਜਾ ਸਕਦੇ। ਇੱਕ ਹੋਰ ਸਵਾਲ ਖੜਾ ਹੁੰਦਾ ਉਸ ਦੌਰ ਦਾ, GS ਪੰਧੇਰ ਉਦੋਂ DIG BSF ਦੇ ਸੀ, ਉਹ ਕਹਿੰਦੇ ਮੈਂ ਜਾ ਕੇ ਕਿਹਾ ਸੀ ਕਿ ਤਰੀਕਾ ਠੀਕ ਨਹੀਂ। ਕੀ ਕੁਲਦੀਪ ਸਿੰਘ ਬਰਾੜ ਨੇ ਕਿਸੇ ਮੌਕੇ ਤੇ ਵੀ ਧਾਰਮਿਕ ਸੈਂਟੀਮੈਂਟ ਜਾਂ ਉਸ ਚੀਜ਼ ਦਾ ਮੁਜ਼ਾਹਰਾ ਕੀਤਾ? ਜੇ ਅੱਜ ਉਹ ਜ਼ਿਕਰ ਕਰ ਰਹੇ ਆ ਵੀ ਮੇਰੇ ਮਾਮੇ ਨੇ ਮੈਨੂੰ ਕਿਹਾ ਜਾਂ ਬਾਕੀ ਗੱਲਾਂ, ਇਹਦਾ ਮਤਲਬ ਸਰਦਾਰ ਹਮੀਰ ਸਿੰਘ ਹੁਣਾਂ ਦੀ ਗੱਲ ਕਿ ਇਹ ਮਸ਼ੀਨੀਕਰਨ ਤੁਹਾਡਾ ਕਿਵੇਂ ਹੋ ਸਕਦਾ, ਇੱਕ ਪਹਿਲੂ। ਦੂਜੀ ਗੱਲ, ਮੈਂ ਇੱਕ ਵਾਰੀ ਫਿਰ ਸਰਦਾਰ ਜਗਤਾਰ ਸਿੰਘ ਜੀ, ਜੇ ਮੈਨੂੰ ਆਗਿਆ ਦਿਓ, ਮੈਂ ਸਿਰਫ 1 ਮਿੰਟ 'ਚੋਂ ਗੱਲ ਮੁਕਾ ਦਿਆਂ ਕਿਉਂਕਿ ਉਹ ਕਹਾਣੀ ਬੜੀ ਦਿਲਚਸਪ ਹੈ। ਮੈਨੂੰ ਸਰਦਾਰ ਵੀਰ ਦਵਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਕਿ ਜਦੋਂ ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਪੰਜਾਬ ਦੇ ਵੱਡੇ ਕਾਂਗਰਸੀ ਸੱਦੇ ਕਿ ਕੱਲ ਨੂੰ ਮੈਨੂੰ ਕਿਉਂ ਨਾ, ਸਾਡੇ ਕੋਲ ਨੂੰ ਇਹੀ ਆਖਰੀ ਤਰੀਕਾ ਰਹਿ ਗਿਆ। ਔਰ ਉਹਦੇ ਵਿੱਚ ਬਹੁਗਿਣਤੀ ਕਾਂਗਰਸੀਆਂ ਨੇ ਇਹ ਗੱਲ ਕਹੀ ਸੀ, ਕੈਪਟਨ ਅਮਰਿੰਦਰ, ਵੀਰ ਦਵਿੰਦਰ ਸਿੰਘ ਜਾਂ ਬਾਕੀਆਂ ਨੇ, ਕਿ ਇਹ ਤਰੀਕਾ ਠੀਕ ਨਹੀਂ। ਉਹਦੇ ਵਿੱਚ 4 ਲੋਕ ਐਸੇ ਵੀ ਸੀ ਜਿਨ੍ਹਾਂ ਨੇ ਕਿਹਾ ਹੁਣੇ ਕਾਰਵਾਈ ਕਰੋ, ਮੈਂ ਨਾਂ ਨਹੀਂ ਜ਼ਿਕਰ ਕਰੂੰਗਾ। ਔਰ ਉਸ ਤੋਂ ਬਾਅਦ ਇੰਦਰਾ ਗਾਂਧੀ ਇਹ ਕਹਿੰਦੇ ਆ ਵੀ ਬਕੌਲ ਵੀਰ ਦਵਿੰਦਰ ਕਿ ਤੁਸੀਂ ਸੰਤ ਨਾਲ ਆਖਰੀ ਗੱਲ ਕਰ ਲਓ, ਔਰ ਉਹਦੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਡਿਊਟੀ ਲਾਈ ਜਾਂਦੀ ਹੈ ਔਰ BSF ਦਾ ਚੌਪਰ ਰੈਡੀ ਸੀ। ਕਹਿੰਦੇ ਇਨ ਦਾ ਮੀਨ ਟਾਈਮ ਰਾਜੀਵ ਗਾਂਧੀ ਮੈਨੂੰ ਕਹਿੰਦੇ ਕਿ ਤੁਸੀਂ ਨਾਲ ਜਾਓ ਤੇ ਅਸੀਂ ਆਉਂਦੇ ਆ, ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸੰਤਾਂ ਨੂੰ ਮਿਲ ਕੇ ਵਾਪਸ ਨਹੀਂ ਆਉਂਦੇ, ਚਲੇ ਜਾਂਦੇ। ਜਦੋਂ ਮੈਂ ਇਹ ਹਵਾਲਾ ਸਰਦਾਰ ਤਰਲੋਚਨ ਸਿੰਘ ਨਾਲ ਇੱਕ ਇੰਟਰਵਿਊ ਦੌਰਾਨ ਦਿੱਤਾ ਤਾਂ ਕੈਪਟਨ ਅਮਰਿੰਦਰ ਸਿੰਘ ਮੈਨੂੰ ਨੌਕ ਕਰਦੇ, ਇਹ ਕਹਿੰਦੇ ਆ ਕਿ ਕਹਾਣੀ ਬਿਲਕੁਲ ਮੈਂ ਰੱਦ ਕਰਦਾ, ਇਹ ਬਿਲਕੁਲ ਇੰਜ ਨਹੀਂ ਹੋਇਆ। ਲੇਕਿਨ ਜਿਹੜੀ ਗੱਲ ਉਹ ਆਪ ਕਹਿੰਦੇ ਆ, ਉਹ ਕਹਿੰਦੇ ਕਿ ਹਾਂ ਗੱਲ ਮੁੱਕ ਗਈ ਸੀ, ਆਖਰੀ ਸਮੇਂ 'ਚ ਲਗਭਗ ਸਹਿਮਤੀ ਬਣ ਗਈ ਸੀ, ਸੰਤਾਂ ਦੀਆਂ ਮੰਗਾਂ ਨੂੰ ਸਹਿਮਤੀ ਲਗਭਗ ਦੇ ਦਿੱਤੀ ਗਈ ਸੀ। ਦੋਨਾਂ ਧਿਰਾਂ ਵੱਲੋਂ ਇੱਕ ਖਾਸ ਮਸੌਦਾ ਤਿਆਰ ਕਰ ਲਿਆ ਸੀ, ਜਿਹਨੂੰ ਲੈ ਕੇ ਮੈਂ ਸੰਤ ਜੀ ਕੋਲ ਜਾਣਾ ਸੀ। ਚੌਪਰ ਤਿਆਰ ਸੀਗਾ, ਟਾਈਮ ਵੀ ਉਹ ਮੈਨੂੰ ਦੱਸ ਦਿੰਦੇ ਕਿ ਇੰਨੇ ਵਜੇ ਦਾ ਟਾਈਮ ਸੀ, ਲੇਕਿਨ ਉਹ ਟਾਈਮ ਜਦੋਂ ਲੰਘਦਾ ਜਾਂਦਾ ਹੈ ਤਾਂ ਮੈਂ ਨੌਕ ਕਰਦਾ PC ਅਲੈਗਜ਼ੈਂਡਰ, ਜਿਹੜੇ ਕਿ ਸ਼੍ਰੀਮਤੀ ਗਾਂਧੀ ਦੇ ਸ਼ਾਇਦ ਪ੍ਰਿੰਸੀਪਲ ਸੈਕਟਰੀ ਸੀ, ਲੇਕਿਨ ਮੈਨੂੰ ਕਿਹਾ ਜਾਂਦਾ ਕਿ ਵੇਟ ਏ ਵਾਈਲ, ਰੁਕੋ। ਉਹ ਮੈਂ ਕਹਿੰਦੇ ਜੀ ਜਦੋਂ ਸਮਾਂ ਥੋੜਾ ਜ਼ਿਆਦਾ ਨਿਕਲ ਜਾਂਦਾ ਹੈ ਤੇ ਮੈਂ ਫਿਰ ਉਹਨਾਂ ਨੂੰ ਕਹਿਣਾ, ਤੇ ਉਹ ਕਹਿੰਦੇ ਹੁਣ ਇਹ ਪ੍ਰੋਗਰਾਮ ਬਦਲ ਚੁੱਕਿਆ, ਇਹਦੇ ਸੰਬੰਧੀ ਤੁਹਾਨੂੰ ਸ਼੍ਰੀਮਤੀ ਗਾਂਧੀ ਕੁਝ ਦੱਸ ਸਕਦੇ ਆ। ਕਹਿੰਦੇ ਮੈਂ ਫਿਰ ਇਸ ਤੋਂ ਬਾਅਦ ਸਮਝਣ ਦੀ ਕੋਸ਼ਿਸ਼ ਕੀਤੀ ਔਰ ਉਹ ਇੱਕ ਨਾਂ ਲੈਂਦੇ, ਜਿਹੜਾ ਮੈਂ ਡਿਸਕਲੋਜ਼ ਨਹੀਂ ਕਰੂੰਗਾ, ਉਹ ਆਪ ਹੀ ਦੱਸਣਗੇ ਕਿ ਕਿਸੇ ਬੰਦੇ ਨੇ ਇਸ ਗੱਲ ਨੂੰ ਲੀਕ ਕਰ ਦਿੱਤਾ ਸੀ। ਔਰ ਉਦੋਂ ਦੇ ਤਤਕਾਲੀ ਮੁੱਖ ਮੰਤਰੀ ਹਰਿਆਣਾ ਚੌਧਰੀ ਭਜਨ ਲਾਲ ਆਪਣੀ ਵਜ਼ਾਰਤ ਦਾ ਅਸਤੀਫਾ ਲੈ ਕੇ ਪਹੁੰਚ ਗਏ ਸੀ। ਉਹਨਾਂ ਨਾਲ ਮਾਥੁਰ, ਜਿਹੜੇ ਉਦੋਂ ਦੇ ਰਾਜਸਥਾਨ ਦੇ CM ਸੀ, ਉਹਨਾਂ ਦਾ ਜ਼ਿਕਰ ਕਰਦੇ ਆ। ਉਹ ਮੈਨੂੰ ਕਹਿੰਦੇ ਕਿ ਉਹ ਦੋਨਾਂ ਨੇ ਆਪਣਾ ਰੈਜ਼ਿਗਨੇਸ਼ਨ ਵਜ਼ਾਰਤ ਸਮੇਤ ਸਾਹਮਣੇ ਰੱਖਤਾ, ਜਿਹੜਾ ਸਾਨੂੰ ਕਹਿੰਦੇ ਬਾਅਦ ਚ ਪਤਾ ਲੱਗਿਆ, ਔਰ ਇੰਦਰਾ ਗਾਂਧੀ ਨੇ ਫੈਸਲਾ ਬਦਲ ਲਿਆ, ਨਹੀਂ ਤੇ ਬਲੂ ਸਟਾਰ ਆਪਰੇਸ਼ਨ ਟਲ ਸਕਦਾ ਸੀ। ਮੈਂ ਸਰਦਾਰ ਜਗਤਾਰ ਸਿੰਘ ਜੀ, ਇੱਕ ਸਵਾਲ, ਤੁਸੀਂ ਬਹੁਤ ਸੋਹਣੀ ਗੱਲ ਪਹਿਲਾਂ ਕਰਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਉਹ ਸਾਰੇ ਸਿਨੈਰੀਓ ਨੂੰ, ਸੀਨ ਨੂੰ ਤੁਸੀਂ ਪ੍ਰਭਾਸ਼ਿਤ ਕਰਤਾ। ਅੱਜ ਦੇ ਦਿਨ ਦੇ ਵਿੱਚ ਕੁਲਦੀਪ ਸਿੰਘ ਬਰਾੜ ਦਾ ਸਾਹਮਣੇ ਆਉਣ ਦਾ ਤੁਹਾਡੇ ਨਜ਼ਰੀਏ ਤੋਂ ਕੀ ਅਰਥ ਹੋ ਸਕਦਾ ਹੈ? ਇਸ ਵੇਲੇ ਇਸ ਗੱਲ ਨੂੰ ਹਵਾ ਦੇਣੀ ਜਾਂ ਇਸ ਗੱਲ ਨੂੰ ਅੱਗੇ ਵਧਾਉਣਾ, ਇਹ ਸੱਤਾ ਨੂੰ, ਸਿਸਟਮ ਨੂੰ ਕਿਵੇਂ ਵਾਰਾ ਖਾਂਦਾ, ਜਾਂ ਸਹਿਜ ਸੁਭਾਈ ਇਹ ਵਰਤਾਰਾ ਵਾਪਰ ਗਿਆ? ਨਹੀਂ, ਸਹਿਜ ਸੁਭਾਅ ਇਹੋ ਜਿਹੇ ਵਰਤਾਰੇ ਕਈ ਵਾਰੀ ਨਹੀਂ ਵਾਪਰਦੇ ਹੁੰਦੇ। ਜੇ ਆਪਾਂ ਲਿੰਕ ਕਰੀਏ ਸਾਰੀ ਗੱਲ ਨੂੰ, ਇੱਕ ਪਾਸੇ ਸਲਾਵਤਪੁਰੇ ਐਡਾ ਵੱਡਾ ਫੰਕਸ਼ਨ ਹੋ ਰਿਹਾ, ਚੰਡੀਗੜ੍ਹ ਦੀਆਂ ਬਰੂਹਾਂ ਤੇ ਇੱਕ ਮੋਰਚਾ ਲੱਗਿਆ ਹੋਇਆ, ਪੰਜਾਬ ਦੇ ਵਿੱਚ ਲਗਾਤਾਰ ਇੱਕ ਐਕਟੀਵਿਟੀ ਚੱਲ ਰਹੀ ਹੈ ਕਿਸੇ ਨਾ ਕਿਸੇ ਲੈਵਲ ਤੇ। BJP ਪੰਜਾਬ ਵਿੱਚ ਆਪਣਾ ਬੇਸ ਐਕਸਪੈਂਡ ਕਰਨਾ ਚਾਹੁੰਦੀ ਹੈ, ਸੋ ਕਈ ਤਰ੍ਹਾਂ ਦੀਆਂ ਫੋਰਸਿਸ ਇੱਥੇ
ਵਰਕ ਕਰ ਰਹੀ ਹੈ। ਸੇ ਮੈਂ ਇਹ ਸਾਰੇ ਵਰਤਾਰੇ ਨੂੰ ਉਸ ਸੰਦਰਭ ਦੇ ਵਿੱਚ ਦੇਖਦਾ ਕਿ ਕਿਸ ਫੋਰਸ ਨੂੰ ਕਿਸ ਤਰੀਕੇ ਨਾਲ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਲੈ ਕੇ ਜਾਣਾ ਹੈ, ਕਿਉਂਕਿ ਪੰਜਾਬ ਸਟ੍ਰੈਟਜੀਕਲੀ ਇੰਡੀਅਨ ਸਟੇਟ ਵਾਸਤੇ ਬਹੁਤ ਇੰਪੋਰਟੈਂਟ ਹੈ। ਇੱਕ ਧਿਆਨ ਰੱਖੋ, ਜਿੰਨੀ ਸੈਂਟਰਲ ਏਸ਼ੀਅਨ ਪੋਲਿਟਿਕਸ ਹੈ, ਪੰਜਾਬ ਉਹਦੇ ਵਿੱਚ ਬਹੁਤ ਅਹਿਮ ਇੱਕ ਇਹਦਾ ਰੋਲ ਹੈ। ਇਹ ਬਹੁਤ ਬ੍ਰੌਡਰ ਇਸ਼ੂ ਹੈ। ਸਟ੍ਰੈਟਜੀ ਟੈਕਟਿਕਸ ਵਾਲੇ ਲੋਕ ਜ਼ਿਆਦਾ ਸਾਡੇ ਨਾਲ ਸਮਝਾ ਸਕਦੇ ਆ, ਲੇਕਿਨ ਇਕਨੋਮਿਕਸ ਦੇ ਲੈਵਲ, ਇਕਨੋਮੀ ਦੇ ਲੈਵਲ ਤੇ ਵੀ, ਸਟ੍ਰੈਟਜੀ ਦੇ ਲੈਵਲ ਤੇ ਵੀ ਪੰਜਾਬ ਦਾ ਇੱਕ ਬਹੁਤ ਅਹਿਮ ਰੋਲ ਹੈ। ਸਾਰੀ ਗੱਲ ਤੇ ਆ ਕੇ ਜੋ ਚੀਜ਼ ਦੀ ਸਿਆਸਤ ਲੈਣੇ ਉਹਦੇ ਵਿੱਚ ਵੀ ਹੈ। ਤੇ ਜਿਹੜੀ ਗੱਲ ਮੈਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਇੱਕ ਹੋਰ ਕਹੂੰਗਾ, ਥੋੜਾ ਜਿਹਾ ਕਨਫਿਊਜ਼ਨ ਹੈ ਸਾਰੀ ਗੱਲ ਦੇ ਵਿੱਚ। ਇਹ ਸਮਝੌਤਾ ਮੁੱਕਿਆ ਸੀ ਜਿਸ ਮੀਟਿੰਗ ਦੇ ਵਿੱਚ ਕਾਬਿਨੈਟ ਸਰਜੀਤ ਵੀ ਸੀਗੇ, ਜਹਾਜ਼ ਤਿਆਰ ਖੜਾ ਸੀ, ਹੈਲੀਕਾਪਟਰ ਨਹੀਂ। ਰਾਤ ਨੂੰ ਅਕਾਲੀ ਦਲ ਦਾ ਡੈਲੀਗੇਸ਼ਨ ਫਲਾਈ ਕਰਨਾ ਸੀ, ਉਹ ਡਰਾਫਟ ਲੈ ਕੇ ਸੰਤ ਲੌਂਗੋਵਾਲ ਕੋਲ ਉਹਨਾਂ ਦੀ ਅਪਰੂਵਲ ਵਾਸਤੇ, ਉਹ ਜਹਾਜ਼ ਉੱਡਿਆ ਨਹੀਂ ਸੀ। ਇੱਕ ਮੀਟਿੰਗ ਹੋਰ ਵੀਰ ਦਵਿੰਦਰ ਕਨਫਰਮ ਕਰਨਗੇ, ਜਿਹਦੇ ਵਿੱਚ ਮਿਸਟਰ ਗਾਂਧੀ ਨੇ ਕਾਂਗਰਸੀ ਲੀਡਰਾਂ ਨੂੰ ਪੁੱਛਿਆ ਸੀ ਕਿ ਕਿਆ ਭਿੰਡਰਾਂਵਾਲਾ ਸਰੈਂਡਰ ਕਰੇਗਾ। ਇਸ ਵੀਰ ਦਵਿੰਦਰ ਹੋਰਾਂ ਨੇ ਆਰਟੀਕਲ ਵੀ ਪੰਜਾਬੀ ਟ੍ਰਿਬਿਊਨ ਵਿੱਚ ਲਿਖਿਆ ਸੀ ਇਹਦੇ ਬਾਰੇ, ਉਹ ਮੇਰੇ ਕੋਲ ਪਿਆ। ਸੋ ਇਹ ਕਈ ਤਰ੍ਹਾਂ ਕਈ ਲੈਵਲ ਤੇ ਹੈ। 2 ਵਾਰ ਗੱਲ ਅਲਟੀਮੇਟਲੀ ਸਿਰੇ ਤੇ ਪਹੁੰਚੀ, ਵਾਪਸ ਹੋਈ। ਇਹ ਰਿਕਾਰਡ ਦਾ ਪਾਰਟ ਹੈ। ਤਾਂ ਮੈਂ ਕਹਿੰਦਾ ਵਾਰ-ਵਾਰ ਕਿ ਉਹ ਸਾਰਾ ਰਿਕਾਰਡ ਜਨਤਕ ਕੀਤਾ ਜਾਵੇ ਤੇ ਪਤਾ ਲੱਗੇ ਵੀ ਗੜਬੜ ਕਿੱਥੇ ਹੈ। ਭਜਨ ਲਾਲ ਨੇ ਪ੍ਰੋਟੈਸਟ ਕੀਤਾ, ਰਿਕਾਰਡ ਦਾ ਪਾਰਟ ਹੈ। ਉਦੋਂ ਅਖਬਾਰਾਂ ਦੇ ਵਿੱਚ ਵੀ ਖਬਰਾਂ ਸਾਰੀਆਂ ਛਪੀਆਂ ਹੋਈਆਂ, ਸਾਰਾ ਕੁਛ। ਸੋ ਇਸ ਕਰਕੇ ਸਾਰਾ ਉਹ ਡਾਕੂਮੈਂਟੇਸ਼ਨ ਜਿੰਨੀ ਵੀ ਹੈ ਉਹ ਡੀਕਲਾਸੀਫਾਈ ਹੋਵੇ ਤੇ ਅਸਲੀਅਤ ਲੋਕਾਂ ਦੇ ਸਾਹਮਣੇ ਆਵੇ, ਬਹੁਤ ਜ਼ਰੂਰੀ ਹੈ। ਉਸ ਕੰਟੈਕਸਟ ਦੇ ਵਿੱਚ ਇਹ ਜਨਰਲ ਬਰਾੜ ਦੇ ਇੰਟਰਵਿਊ ਕਿੰਨੇ ਅਹਿਮ ਹੈ ਇਹ ਤਾਂ ਮੈਂ ਕਹਿ ਨਹੀਂ ਸਕਦਾ, ਲੇਕਿਨ ਜਿਹੜੇ ਇਹਨਾਂ ਨੇ ਇਸ਼ੂ ਰੇਸ ਕੀਤੇ ਹੈ ਉਹ ਇਸ਼ੂ ਪੁਰਾਣੇ ਹੈ। ਸਿਰਫ 300 ਤੋਂ 400 ਵਾਲਾ ਇਸ਼ੂ ਨਵਾਂ ਹੈ ਤੇ ਉਹ ਆਪਣੇ ਆਪ ਦੇ ਵਿੱਚ ਉਹਦੀ ਅਹਿਮੀਅਤ ਹੋਰ ਵੀ ਵੱਡੀ ਹੈ। ਜੀ ਸਰਦਾਰ ਸਿੱਧੂ ਸਾਹਿਬ, ਆਖਰੀ ਸ਼ਬਦ ਇਹਦੇ ਵਿੱਚ ਦੇ ਦਿਓ, ਫਿਰ ਇੱਕ ਹਲਕੀ ਜਿਹੀ ਟਿੱਪਣੀ ਲਾਸਟ ਵਿੱਚ ਸਰਦਾਰ ਹਮੀਰ ਸਿੰਘ ਹੋਰਾਂ ਤੋਂ ਲੈਂਦੇ ਆ ਕਿ ਤੁਸੀਂ ਸਾਰੀ ਗੱਲਬਾਤ ਦੇ ਵਿੱਚੋਂ ਕੁਝ ਨਵਾਂ ਕਹਿਣ ਲਈ ਸਮਝਦੇ ਹੋ ਕਿ ਜ਼ਰੂਰੀ ਜਿਹੜਾ ਕਹਿਣਾ। ਦੇਖੋ, ਜਿਹੜੀਆਂ ਮੈਂ ਛੋਟੀ ਜਿਹੀ ਜਲਦੀ ਚ ਮੁਕਾ ਦਿੰਦਾ, ਮੀਟਿੰਗਾਂ ਰਿਕਾਰਡ ਤੇ ਹੈ। 24 ਮੀਟਿੰਗਾਂ ਹੋਈਆਂ ਜਿਹਦੇ ਵਿੱਚ ਇੰਦਰਾ ਗਾਂਧੀ ਤੇ ਟੌਪ ਦੇ ਲੈਵਲ ਤੇ ਅਕਾਲੀਆਂ ਦੀਆਂ ਤੇ ਮਿਲ ਜੁਲ ਕੇ 2 ਸਾਲਾਂ ਦੇ ਵਿੱਚ ਇਹ ਮੀਟਿੰਗਾਂ ਲਾਸਟ ਮੂਮੈਂਟ ਮੀਟਿੰਗਾਂ ਵੀ ਹੁੰਦੀਆਂ ਰਹੀਆਂ। ਜਦੋਂ ਜੂਨ ਚ ਹੁੰਦੀ ਹੈ ਤੇ ਮਈ ਤੱਕ ਮੀਟਿੰਗਾਂ ਹੋਈਆਂ। ਮਈ ਦੇ ਵਿੱਚ ਆ ਕੇ ਹਿੰਦੂ ਆਰਗੇਨਾਈਜੇਸ਼ਨਾਂ ਨੂੰ ਵੀ ਖੜਾ ਕਰ ਦਿੱਤਾ ਗਿਆ ਤੇ ਪੰਜਾਬ ਦੇ ਬੰਦ ਹੋਏ ਤੇ ਬੜਾ ਗੜਬੜ ਹੋਈ। ਇਹ ਵੱਖਰੀ ਗੱਲ ਹੈ। ਬਾਕੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਵੀ ਇਹ ਜਾਣ ਕੇ ਸਿਚੁਏਸ਼ਨ ਨੂੰ ਲਮਕਾ ਕੇ 1984 ਦੇ ਐਂਡ ਦੇ ਵਿੱਚ ਇਲੈਕਸ਼ਨਾਂ ਆਉਂਦੀਆਂ ਸੀ ਜਾਂ 85 ਦੇ ਬਿਗਨਿੰਗ ਚ ਹੋਣੀਆਂ ਸੀਗੀਆਂ, ਉਹ ਟਰਮ ਪੂਰੀ ਹੁੰਦੀ ਸੀ ਇੰਦਰਾ ਗਾਂਧੀ ਦੀ, ਇਸ ਕਰਕੇ ਲੰਬਾ ਖਿੱਚਣਾ ਚਾਹੁੰਦੇ ਸੀ। ਕਿਉਂਕਿ ਮੈਂ ਇਹਦੇ ਲਈ ਪਰਸਨਲ ਲੈਵਲ ਤੇ ਗਵਾਹ ਹੈ ਵੀ ਜਦੋਂ ਅਟਵਾਲ ਦੀ ਅਪ੍ਰੈਲ 1983 ਦੇ ਵਿੱਚ ਮਾਰਿਆ ਗਿਆ DIG ਅਟਵਾਲ, ਅਵਤਾਰ ਸਿੰਘ ਅਟਵਾਲ, ਜਿਹੜਾ AS ਅਟਵਾਲ, ਉਹਦੇ ਕਰਕੇ ਮੈਨੂੰ ਤੁਰਤ ਜਾ ਕੇ ਮੈਨੂੰ ਉੱਥੇ ਭੇਜਿਆ ਗਿਆ। ਮੈਂ ਗਿਆ ਤੇ ਉਹ ਕਹਿੰਦੇ ਸੀਗੇ ਵੀ ਬਲੂ ਸਟਾਰ ਦਾ ਇੰਨਾ ਖਤਰਾ ਸੀ ਵੀ ਪੁਲਿਸ ਐਂਟਰ ਕਰੂ ਜਾਂ ਆਰਮੀ ਐਂਟਰ ਕਰੂ ਜਾਂ BSF ਕਰੂ, ਕੁਛ ਕਰੇ, ਐਂਟਰੀ ਦਾ ਖਤਰਾ ਅੰਦਰ ਵਾਲਿਆਂ ਨੂੰ ਵੀ ਸੀ, ਸਾਰਿਆਂ ਨੂੰ ਸੀ। ਪਰ ਉਸ ਵੇਲੇ ਦਾ ਜਿਹੜਾ ਦਿੱਲੀ ਦਾ ਪਲਾਨ ਸੀ, ਦਿੱਲੀ ਦੇ ਜਿਹੜੇ ਗਰੁੱਪ ਦਾ ਜਾਂ ਇੰਦਰਾ ਗਾਂਧੀ ਦੀ ਸਰਕਾਰ ਦਾ ਪਲਾਨ ਸੀ, ਉਹ ਸੀ ਵੀ ਇਸ ਨੂੰ ਇੱਕ ਪੀਕ ਤੇ ਲਿਜਾ ਕੇ ਫਿਰ ਇਲੈਕਸ਼ਨ ਦੇ ਨੇੜੇ ਅਸੀਂ ਸਟ੍ਰਾਈਕ ਕਰਨਾ, ਤਾਂ ਕਿ ਫਿਰ ਉਦੋਂ ਅਸੀਂ ਇਹਦੇ ਡਿਵੀਡੈਂਟ ਹੈ, ਇਹਦੇ ਜਿਹੜੇ ਨਤੀਜੇ ਚੰਗੇ, ਉਹਨਾਂ ਪੋਲੀਟੀਕਲ ਚੰਗਾ ਡਿਵੀਡੈਂਟ ਲੈਣਾ ਚਾਹੁੰਦੇ ਸੀ, ਉਹ ਲਿਆ ਵੀ ਆ ਉਹਨਾਂ ਨੇ। ਵਿੱਚ ਥੋੜਾ ਜਿਹਾ ਮਿਸਫਾਇਰ ਹੋਇਆ ਵੀ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ, ਬਾਕੀ ਗੱਲਾਂ ਸਾਰੀਆਂ ਪਲਾਨ ਮੁਤਾਬਕ ਹੋਈਆਂ। ਜਿਸ ਤਰੀਕੇ ਨਾਲ ਇੱਕ ਗੱਲ ਮੈਂ ਹੋਰ ਲਾਸਟ ਦੀ ਕਹਿਣਾ ਚਾਹੁੰਦਾ, ਉਹ ਇਹ ਵੀ ਹਜੇ ਵੀ ਗਲਤ ਗੱਲ ਕਰ ਰਿਹਾ ਜਨਰਲ ਕੁਲਦੀਪ ਸਿੰਘ ਬਰਾੜ, ਜਿਹੜਾ ਕੈਪਟਨ ਰੈਣਾ ਦੀ ਗੱਲ ਕਰ ਰਿਹਾ ਵੀ ਸਰਦਾਰ ਹੋ ਕੇ ਉਹ ਸਭ ਤੋਂ ਮੂਹਰੇ ਗਿਆ ਸੀ। ਉਹਨੂੰ ਭੁੱਲ ਗਿਆ ਵੀ ਉਸਨੇ ਟਾਈਮਜ਼ ਆਫ ਇੰਡੀਆ ਵਿੱਚ ਬਕਾਇਦਾ ਉਹਦਾ ਆਰਟੀਕਲ ਆਇਆ, ਬਕਾਇਦਾ ਇੰਟਰਵਿਊ ਆਈ, ਉਹਨੇ ਮਾਫੀਆਂ ਮੰਗੀਆਂ ਸਾਰੀਆਂ, ਮੈਂ ਗਲਤੀ ਕੀਤੀ ਸੀ, ਉਹਦੇ ਲੱਤਾਂ ਇੰਜਰ ਹੋਈਆਂ ਸੀ, ਉਹ ਲੰਗੜਾ ਕੇ ਚੱਲਦਾ ਸ਼ਾਇਦ ਵੀਲ ਚੇਅਰ ਤੇ ਆ, ਉਸਨੇ ਮਾਫੀ ਮੰਗੀ, ਮੈਂ ਗਲਤੀ ਕੀਤੀ ਸੀ ਸਾਰੀ। ਇੱਥੇ ਆ ਕੇ ਅੰਦਰ ਆ ਕੇ ਮਾਫੀ ਮੰਗ ਕੇ ਗਿਆ ਰਹਿਣਾ, ਇਹਨੂੰ ਇਸ ਗੱਲ ਦਾ ਨਹੀਂ ਪਤਾ। ਹਾਂਜੀ ਸਰਦਾਰ ਹਮੀਰ ਸਿੰਘ ਜੀ, ਕੋਈ ਸਮਾਪਨੀ ਸ਼ਬਦ?
ਅਸਲ ਦੇ ਵਿੱਚ ਜਿਹੜਾ ਜੇ ਪ੍ਰੈਕਟੀਕਲੀ ਹੁਣ ਦੇਖੀਏ ਕਿ ਹੁਣ ਇਹਦੀ ਲੋੜ ਕਿਉਂ ਪਈ ਜਾਏ, ਕੋਈ ਉਸ ਲੈਵਲ ਤੇ ਆਇਆ ਕਿ ਨਹੀਂ ਹੈ, ਮੈਨੂੰ ਇਹ ਲੱਗਦਾ ਕਿ ਹਾਲਾਤ ਜੇਕਰ ਦੇਸ਼ ਤੇ ਪੰਜਾਬ ਦੋਨਾਂ ਨੂੰ ਜੋੜ ਕੇ ਦੇਖ ਲਈਏ, ਜਿਸ ਢੰਗ ਨਾਲ ਬੀਜੇਪੀ ਅਮਰਜ ਪੰਜਾਬ 'ਚ ਵੀ ਕਰਨਾ ਚਾਹੁੰਦੀ ਹੈ ਤੇ ਬਾਕੀ ਜਗ੍ਹਾ, ਇੱਕ ਤਾਂ ਇਹ ਮਾਮਲਾ ਬਣਦਾ ਕਿ ਕਾਂਗਰਸ ਵਰਸਸ ਸਿੱਖ ਹੈ ਟੋਟਲ ਡਿਸਕੋਰਸ ਜਿਹੜਾ ਸ਼ੁਰੂ ਤੋਂ ਚੱਲਿਆ ਨਾ, ਕਿਉਂਕਿ ਉਹ ਇੰਦਰਾ ਗਾਂਧੀ ਸੀ ਤੇ ਬਾਕੀ ਚੀਜ਼ਾਂ ਹੋ ਰਹੀਆਂ ਸੀ ਸਾਰੇ ਮਾਮਲਾ। ਔਰ ਰਾਹੁਲ ਗਾਂਧੀ ਦੀ ਯਾਤਰਾ ਵੀ ਜਿਹੜੀ ਮੁੱਦੇ ਫੋਕਸ ਕਰਦੀ ਹੈ, ਦੋ ਤਿੰਨ ਹੋਰ ਹੁਣ ਦੇ ਹਿੰਦੂਤਵੀ ਸੈਟਅਪ ਦੇ ਖਿਲਾਫ, ਰੁਜ਼ਗਾਰ ਦੇ ਮਾਮਲੇ 'ਚ, ਬਾਕੀ ਮਾਮਲਿਆਂ ਦੇ ਵਿੱਚ ਇੱਕ ਉਹ ਇਸ਼ੂ ਹੈ, ਉਹਦੇ ਪੈਰਲਲ ਆ। ਜੇ ਬੀਜੇਪੀ ਨੇ ਯਾਤਰਾ ਦਾ ਕੋਈ ਵਿਰੋਧ ਨਹੀਂ ਕੀਤਾ, ਯਾਤਰਾ ਤੇ ਕੋਈ ਕਮੈਂਟ ਨਹੀਂ ਕੀਤਾ, ਇੱਕਾ ਦੁੱਕਾ ਕਮੈਂਟ ਵੈਸੇ, ਕਿਉਂਕਿ ਉਹ ਡਿਸਕੋਰਸ ਅਲੱਗ ਹੈ, ਇੱਕ ਦੇਸ਼ ਦੇ ਵਿੱਚ ਜਿਹੜਾ ਨੈਰੇਟਿਵ ਇੱਕ ਲੈਵਲ ਦਾ, ਉਹ ਬਾਈਨਰੀ ਨੂੰ ਤੋੜਦਾ ਹੈ। ਉਹ ਜਿਹੜਾ ਇੱਕ ਗੱਲ ਇਹ ਹੁੰਦੀ ਹੈ ਨਾ ਕਿ ਤੁਸੀਂ ਹਿੰਦੂ ਮੁਸਲਮ ਜਿਹੜਾ ਚੈਨਲਾਂ ਤੇ ਹੋ ਰਿਹਾ ਸਾਰਾ, ਇਹਦੇ ਮੁਕਾਬਲੇ ਉਹ ਕਹਿੰਦੇ ਨਹੀਂ ਆਹ ਚੀਜ਼ਾਂ ਨੇ, ਇਸ ਤੇ ਗੱਲ ਹੋਣੀ ਚਾਹੀਦੀ ਹੈ। ਦੂਜੀ ਗੱਲ ਇਹ ਵੀ ਹੈ ਕਿ ਇੱਕ ਲੈਵਲ ਤੇ ਲੋਕ ਚਾਹੇ ਇੱਥੋਂ ਪੰਜਾਬ ਤੋਂ ਲੈ ਕੇ ਵੱਖ-ਵੱਖ ਥਾਵਾਂ ਤੇ ਜਿਸ ਲੈਵਲ ਦੀ ਅਨਰੈਸਟ ਡਿਵੈਲਪ ਹੋ ਰਹੀ ਹੈ, ਔਰ ਉਹਨੂੰ ਕਿਵੇਂ ਟੈਕਲ ਕਰਨਾ, ਤੇ ਉਹ ਜੇ ਕੋਈ ਇਹੋ ਜਿਹਾ ਮੁੱਦਾ ਬਾਰ-ਬਾਰ ਚਰਚਾ 'ਚ ਆਏਗਾ, ਸਾਹਮਣੇ ਆਏਗਾ, ਤਾਂ ਵੀ ਇੱਕ ਗੱਲ ਉਸ ਲੈਵਲ ਤੇ ਵਾਪਰਨੀ ਹੈ। ਤੀਜੀ ਗੱਲ ਮੈਨੂੰ ਇਹ ਵੀ ਲੱਗਦਾ ਕਿ ਕਾਰਪੋਰੇਟ ਦਾ ਜੇ ਇੱਕ ਬਹੁਤ ਵੱਡਾ ਸੈਟਅਪ ਹੁੰਦਾ ਵਿੱਚ, ਜਿਸ ਢੰਗ ਨਾਲ ਅਡਾਨੀ ਦੇ ਡਾਊਨ ਉਸ ਲੈਵਲ ਦਾ ਸੈਟਅਪ ਜਾ ਰਿਹਾ, ਜਿਹਦੇ ਤੇ ਖੜੀ ਉਹ ਗੱਲ ਹੋ ਰਹੀ ਹੈ। ਔਰ ਇਹਦੇ ਨਾਲ BBC ਦੀ ਡਾਕੂਮੈਂਟਰੀ ਤੁਸੀਂ ਬੰਦ ਕਰਾਤੀ ਹੈ, ਟੋਟਲੀ ਸਾਰੇ ਸੈਟਅਪ 'ਚੋਂ ਸੁਪਰੀਮ ਕੋਰਟ 'ਚ ਫੈਸਲਾ ਚਲਾਇਆ, ਮਤਲਬ ਕੇਸ ਚਲਾ ਗਿਆ ਓਵਰਆਲ, ਜਿੰਨੇ ਮਾਮਲੇ ਉਹ। ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਨੈਰੇਟਿਵ ਇੱਕ ਖੜਾ ਹੋ ਰਿਹਾ ਪੰਜਾਬੀਅਤ ਦਾ ਤੇ ਮੁੱਦੇ ਲੈ ਕੇ ਵੱਖ-ਵੱਖ ਪੀਸਫੁਲ ਅੰਦੋਲਨਾਂ ਦਾ, ਉਹਨੂੰ ਕਿਸੇ ਦੂਜੇ ਟਾਈਪ ਤੇ ਫਿਰ ਮਤਲਬ ਨਰੇਟ ਕਰਨਾ, ਉਸ ਨਾਲ ਜੋੜ ਕੇ ਦੇਖਣਾ, ਇਹ ਸਾਰਾ ਮਾਹੌਲ, ਸਾਰੇ ਤੱਥ ਇਹ ਗੱਲ ਕਹਿ ਰਹੇ ਨੇ ਕਿ ਲੋੜ ਹੈ ਗਵਰਨਮੈਂਟ ਆਫ ਇੰਡੀਆ ਤੱਕ ਵੀ, ਲੋੜ ਹੈ ਉਹਨਾਂ ਏਜੰਸੀਆਂ ਤੱਕ ਵੀ ਵੱਖ-ਵੱਖ ਥਾਵਾਂ ਤੇ, ਤਾਂ ਕਿ ਇੱਕ ਉਲਝਣ ਭਰੇ ਇਸ਼ੂ ਦੁਬਾਰਾ ਉਹ ਜੇ ਜ਼ਖਮਾਂ ਵਾਲਾ ਇਸ਼ੂ ਉਹਦੇ ਤੇ ਖਿਲਾਫ ਤੇ ਇੱਕ ਨੈਰੇਟਿਵ ਸਿਰਜਿਆ ਜਾਏ, ਜਿਹੜਾ ਨੈਰੇਟਿਵ ਲੋਕ ਆਪਣੇ ਏਜੰਡੇ ਤੇ ਸਿਰਜਣਾ ਚਾਹੁੰਦੇ ਨੇ ਉਸ ਨੂੰ ਕਾਊਂਟਰ ਕੀਤਾ ਜਾ ਸਕੇ, ਕਾਰਪੋਰੇਟ ਵੀ ਬਚੇ, ਸੈਂਟਰਲਾਈਜੇਸ਼ਨ ਆਫ ਪਾਵਰ ਵੀ ਬਚੇ, ਔਰ ਇਸੇ ਢੰਗ ਨਾਲ ਸੈਕੂਲਰ ਇੱਕ ਫਿਲਾਸਫੀ ਦਾ ਜਿਹੜਾ ਮੁੱਦਾ ਜਾਂ ਇੱਕ ਉਸ ਲੈਵਲ ਦਾ ਉੱਠ ਰਿਹਾ, ਉਹਨੂੰ ਵੀ ਕਾਊਂਟਰ ਇਸ ਲੈਵਲ ਤੇ ਕੀਤਾ ਜਾਵੇ। ਮੈਨੂੰ ਲੱਗਦਾ ਹੈ ਕਿ ਔਨ ਦੀ ਹੋਲ ਇੱਕ ਵਰਤਾਂਤ ਇਸ ਲੈਵਲ ਦਾ ਬਣਿਆ, ਇਹ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਦਿਖਾਈ ਦੇ ਰਹੀਆਂ। ਮੈਂ ਸਰਦਾਰ ਜਗਤਾਰ ਸਿੰਘ, ਸਰਦਾਰ ਜਸਪਾਲ ਸਿੰਘ ਸਿੱਧੂ ਜੀ ਔਰ ਸਰਦਾਰ ਹਮੀਰ ਸਿੰਘ ਹੋਰਾਂ ਦਾ ਧੰਨਵਾਦ ਕਰਦੇ ਹਾਂ। ਲਾਸਟ ਗੱਲ ਜਿਹੜੀ ਹਮੀਰ ਸਿੰਘ ਹੋਰਾਂ ਨੇ ਕੀਤੀ ਹੈ, ਉਹਦੇ ਤੇ ਹੀ ਇਹ ਸਮਾਪਤੀ ਸ਼ਬਦ ਕਹਿਣਾ ਚਾਹੂੰਗਾ ਕਿ ਕਈ ਵਾਰੀ ਮੁੱਦੇ ਵੱਡੇ ਹੁੰਦੇ ਹੋਣ ਤਾਂ ਉਹਨਾਂ ਦੇ ਨਾਲ ਇੱਕ ਦੋ ਮੁੱਦੇ ਆਪ ਤੋਰ ਕੇ ਵੀ ਗੱਲਾਂ ਨੂੰ ਡਾਇਵਰਟ ਕਰ ਲਿਆ ਜਾਂਦਾ, ਇਸ਼ੂਸ ਨੂੰ ਕਿਸੇ ਹੋਰ ਰੂਪ ਰੰਗ ਦੇ ਵਿੱਚ ਅੱਗੇ ਵਧਾ ਲਿਆ ਜਾਂਦਾ ਹੈ। ਪਰ ਅਜੇ ਇਹ ਬਹਿਸ ਤੁਰਨੀ ਆ, ਅਜੇ ਤਾਂ ਇਹ ਮੁੱਢਲੇ ਦੌਰ ਦੇ ਵਿੱਚ ਆ ਕਿ ਕੁਲਦੀਪ ਸਿੰਘ ਬਰਾੜ ਦਾ ਔਰਾ ਜਾਂ ਉਹਦੇ ਲਫ਼ਜ਼ ਇਸ ਹਾਣਦੇ ਨੇ ਕਿ ਕੋਈ ਨੈਸ਼ਨਲ ਬਹਿਸ ਬਣ ਸਕੇ, ਜਾਂ ਕਿ ਇਹ ਵੀ ਇੱਕ ਜਿਹੜੇ ਯਤਨ ਨੇ ਮੁੱਢਲੇ ਦੌਰ 'ਚ ਠੋਸ ਹੋ ਜਾਣਗੇ। ਬਹੁਤ ਜ਼ਿਆਦਾ ਕੋਈ ਪ੍ਰਭਾਵਸ਼ਾਲੀ ਇੰਟਰਵਿਊ ਇਹਨੂੰ ਨਹੀਂ ਮੰਨਿਆ, ਜਿਵੇਂ ਅੱਜ ਮਾਹਿਰ ਦੱਸ ਰਹੇ ਨੇ, ਜਿਨ੍ਹਾਂ ਨੇ ਬੜੀ ਬਰੀਕੀ ਨਾਲ ਸੁਣਿਆ, ਔਰ ਇਹਦੇ ਉੱਤੇ ਕੋਈ ਵੱਡਾ ਨੈਰੇਟਿਵ ਸਿਰਜਿਆ ਜਾ ਸਕੇ, ਬੜੀ ਵੱਡੀ ਬਹਿਸ ਹੋ ਸਕੇ ਜਾਂ ਤੂੰ ਤੜਕ ਹੋ ਸਕੇ, ਇੰਜ ਲੱਗਦਾ ਨਹੀਂ। ਤੇ ਮੈਨੂੰ ਉਂਝ ਵੀ ਲੱਗਦਾ ਹੈ ਕਿ ਹੁਣ ਪੰਜਾਬ ਦੇ ਵਿੱਚ ਇਹਨਾਂ ਮੁੱਦਿਆਂ ਲਈ ਸੀਰੀਅਸ ਲੋਕ ਤਾਂ ਅਜੇ ਵੀ ਗੱਲ ਕਰਦੇ ਆ, ਸਰਦਾਰ ਜਗਤਾਰ ਸਿੰਘ ਜਿਵੇਂ ਕਰਦੇ, ਕਿ ਕੋਈ ਨਵਾਂ ਕਮਿਸ਼ਨ ਇਹਦੇ ਵਿੱਚ ਸਿੱਧੇ ਰੂਪ ਦੇ ਵਿੱਚ ਕੁਝ ਲਿਆਵੇ, ਲੱਭ ਕੇ ਸਾਰੇ ਤੱਥ ਖੰਗਾਲੇ, ਜਿੰਨੇ ਦਸਤਾਵੇਜ਼ ਉਹ ਪੇਸ਼ ਹੋਣ ਜਨਤਾ ਦੀ ਕਚਹਿਰੀ ਦੇ ਵਿੱਚ। ਅਦਰਵਾਈਜ਼ ਲੋਕ ਹੁਣ ਅੱਗੇ ਵੀ ਵਧਣਾ ਚਾਹੁੰਦੇ ਆ, ਹਾਲਾਂਕਿ ਹਿਸਟਰੀ ਹਮੇਸ਼ਾ ਤੁਹਾਡੇ ਨਾਲ ਤੁਰਦੀ ਹੈ। ਬਹੁਤ ਮਿਹਰਬਾਨੀ, ਸ਼ੁਕਰੀਆ। ਥੈਂਕ ਯੂ।